पुराने तजर्बेकार वर्कर्स दी। नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच। मैं हाँ तरनजीत कौर घुम्मन हाज़र हाँ जी लैके तुहाडा अपना प्रोग्राम जिहदे विच गलबात करांगे कैनेडियन इमीग्रेशन बारे। सो इस वक्त असीं देख रहे हैं कि वर्क परमिट वालियां दी एप्लीकेशनस जिहड़े ने रिन्यूअल दी एप्लीकेशनस होण या फिर एक्सटेंशनस दी एप्लीकेशन होण या फिर पोस्ट ग्रेड वर्क परमिट दी एप्लीकेशनस होण, काफ़ी प्रोसैसिंग नूं टाइम लग रहा। की कारण है इसके पीछे? इस तो इलावा 2021 ਦੇ ਵਿੱਚ ਜਾ ਕੇ ਕੈਨੇਡੀਅਨ ਇਮੀਗ੍ਰੇਸ਼ਨ ਕਿੰਨਾ ਸੌਖਾ ਹੋਣ ਵਾਲਾ ਜਾਂ ਕਿੰਨਾ ਔਖਾ ਹੋਣ ਵਾਲਾ ਹੈ, ਅਜਿਹੇ ਕਈ ਮੁੱਦਿਆਂ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਜੇਕਰ ਤੁਸੀਂ ਵੀ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਇਸ ਵਕਤ ਇਮੀਗ੍ਰੇਸ਼ਨ ਮੈਟਰਸ, ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈਗਾ ਤਾਂ ਪ੍ਰੋਗਰਾਮ ਵਿੱਚ ਸਾਨੂੰ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਹੈ ਜਿਨ੍ਹਾਂ ਨੂੰ ਤੁਸੀਂ ਵੀ ਆਪਣੀ ਚੋਇਸ ਦੇ ਨਾਲ ਨਵਾਜ਼ਿਆ ਆ। ਮੈਂ ਗੱਲ ਕਰ ਰਹੀ ਹਾਂ ਜੀ ਕੰਜ਼ਿਊਮਰ ਚੋਇਸ ਅਵਾਰਡ 2020 ਨਾਲ ਨਵਾਜ਼ੇ ਜਾ ਚੁੱਕੇ ਟੌਪ ਚੋਇਸ ਅਵਾਰਡ 2021 ਲਈ ਨੋਮੀਨੇਟ ਹੋਏ ਤੇ ਟੌਪ ਚੋਇਸ ਅਵਾਰਡ 2020 ਨਾਲ ਨਵਾਜ਼ੇ ਜਾ ਚੁੱਕੇ ਵਰਲਡ ਗੇਟਵੇ ਇਮੀਗ੍ਰੇਸ਼ਨ ਤੋਂ ਮਿਸਟਰ ਜ਼ੋਰਾ ਕੈਂਥ। ਬਹੁਤ ਬਹੁਤ ਸਵਾਗਤ ਹੈ ਜ਼ੋਰਾ ਜੀ ਤੁਹਾਡਾ ਹਮਦਰਦ ਮੀਡੀਆ ਗਰੁੱਪ 'ਚ। ਥੈਂਕ ਯੂ ਸੋ ਮਚ ਤਰਨ ਜੀ ਤੇ ਤੁਹਾਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣ। ਸਰ ਬਹੁਤ ਵਧੀਆ ਤਰਨ ਜੀ, ਤੁਸੀਂ ਦੱਸੋ? ਬਹੁਤ ਵਧੀਆ ਜੀ। ਇਸ ਤੋਂ ਪਹਿਲਾਂ ਆਪਾਂ ਇਮੀਗ੍ਰੇਸ਼ਨ ਸੰਬੰਧੀ ਗੱਲਬਾਤ ਕਰੀਏ ਮੁੱਦੇ ਉੱਤੇ। ਇੱਕ ਦਰਸ਼ਕ ਸਾਡੇ ਨਾਲ ਲੰਬੇ ਸਮੇਂ ਤੋਂ ਇਸ ਵਕਤ ਵੇਟਿੰਗ ਤੇ ਹੈਗੇ ਸੀਗੇ ਤੇ ਉਹਨਾਂ ਨਾਲ ਪਹਿਲਾਂ ਗੱਲ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ ਜੀ ਕੀ ਪੁੱਛਣਾ ਚਾਹੁੰਦੇ ਹੋ ਤੇ ਕਿੱਥੋਂ ਬੋਲ ਰਹੇ ਹੋ? ਐਕਚੁਅਲੀ ਮੈਂ ਆਪਣੇ ਮਦਰ ਦਾ ਸੁਪਰ ਵੀਜ਼ਾ ਅਪਲਾਈ ਕੀਤਾ ਸੀ ਤੇ ਉਹਨਾਂ ਦੀ ਬਾਇਓਮੈਟ੍ਰਿਕ ਆ ਗਈ ਹੈ ਤੇ ਉਹਨਾਂ ਦਾ ਵਿਜ਼ਟਰ ਵੀਜ਼ਾ ਹੈਗਾ, ਉਹ ਨੈਕਸਟ ਮੰਥ ਕੈਨੇਡਾ ਆ ਰਹੇ ਆ। ਆਪਣੀ ਸਰਵਿਸ ਕੈਨੇਡਾ ਵਿੱਚ ਆਪਣੀ ਬਾਇਓਮੈਟ੍ਰਿਕ ਦੇ ਸਕਦੇ ਜਾਂ ਉਹਨਾਂ ਨੂੰ ਇੰਡੀਆ 'ਚ ਦੇਣਾ ਪਏਗਾ? ਸਭ ਤੋਂ ਪੁੱਛਦੀ ਹਾਂ। ਓਕੇ, ਇੱਕ ਮਿੰਟ ਲਈ ਤੁਸੀਂ ਹੋਲਡ ਕਰਿਓ ਜੀ। ਜ਼ੋਰਾ ਜੀ ਤੁਹਾਨੂੰ ਸਵਾਲ ਸਮਝ ਆ ਗਿਆ? ਨਹੀਂ, ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਇਆ। ਉਹ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਦੇ ਮਦਰ ਦਾ ਸੁਪਰ ਵੀਜ਼ਾ ਹੈ ਤੇ ਉਹ ਨੈਕਸਟ ਮੰਥ ਇੱਥੇ ਵਿਜ਼ਿਟ ਕਰਨ ਲਈ ਆ ਰਹੇ ਨੇ ਤੇ ਉਹਨਾਂ ਨੇ ਜਿਹੜੇ ਬਾਇਓਮੈਟ੍ਰਿਕਸ ਨੇ ਉਹ ਸਰਵਿਸ ਕੈਨੇਡਾ ਤੋਂ ਇੱਥੇ ਆ ਕੇ ਕਰਵਾ ਸਕਦੇ ਨੇ ਜਾਂ ਉਹਨਾਂ ਨੂੰ ਇੰਡੀਆ ਤੋਂ ਹੀ ਕਰਵਾ ਕੇ ਆਉਣਾ ਪੈਣਾ? ਇਹੀ ਸਵਾਲ ਹੈ ਜੀ ਤੁਹਾਡਾ? ਹਾਂਜੀ ਜੀ। ਜ਼ੋਰਾ ਜੀ ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਨਹੀਂ, ਟੀਵੀ ਸਕਰੀਨ ਤੇ ਆਪਾਂ ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਤਰਨ ਜੀ, ਇਹਨਾਂ ਨੂੰ ਲੱਗਦਾ ਕਿਤੇ ਕਨਫਿਊਜ਼ਨ ਹੈਗੀ ਆ ਕਿਉਂਕਿ ਜੇ ਸੁਪਰ ਵੀਜ਼ਾ ਆਲਰੇਡੀ ਉਹਨਾਂ ਨੂੰ ਮਿਲਿਆ ਹੋਇਆ ਆਲਰੇਡੀ ਇਹਨਾਂ ਦੇ ਮਦਰ ਨੂੰ, ਤਾਂ ਦੈਟ ਮੀਨਸ ਉਹਨਾਂ ਕੋਲੇ ਬਾਇਓਮੈਟ੍ਰਿਕਸ ਹੋਏ ਨੇ, ਠੀਕ ਹੈ ਜੀ। ਸੋ ਉਹ ਕੈਨੇਡਾ ਆ ਸਕਦੇ ਨੇ, ਬਟ ਜੇ ਉਹਨਾਂ ਨੇ ਕੋਈ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਗਾਈ ਹੋਈ ਆ ਤੇ ਜਿਹਦੇ ਵਿੱਚ ਬਾਇਓਮੈਟ੍ਰਿਕਸ ਮੰਗੇ ਹੋਏ ਨੇ ਤੇ ਉਹਦੇ ਵਿੱਚ ਇਹਨਾਂ ਨੂੰ ਹਜੇ ਵੇਟ ਕਰਨ ਦੀ ਲੋੜ ਹੈ ਤੇ ਸਰਵਿਸ ਕੈਨੇਡਾ ਇਦਾਂ ਦੇ ਕੇਸਾਂ 'ਚ ਕਾਲ ਕਰ ਰਹੀ ਹੈ। ਜੀ ਬਿਲਕੁਲ। ਤੇ ਸਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਵੈਸੇ ਤਾਂ ਮੈਂ ਪਹਿਲਾਂ ਇਹ ਪੁੱਛਣਾ ਚਾਹੂੰਗੀ ਜਿਵੇਂ ਸਰਵਿਸਿਜ਼ ਦੇ ਬਾਰੇ ਵਿੱਚ, ਇਹ ਤੋਂ ਪਹਿਲਾਂ ਕਿ 2021 ਦੇ ਇਮੀਗ੍ਰੇਸ਼ਨ ਸਿਸਟਮ ਦੇ ਉੱਤੇ ਆਈਏ, ਇਸ ਵਕਤ ਤੁਹਾਡੀ ਜੇ ਅਸੀਂ ਵਰਲਡ ਗੇਟਵੇ ਇਮੀਗ੍ਰੇਸ਼ਨ ਦੀ ਗੱਲ ਕਰੀਏ, ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ ਤੁਹਾਨੂੰ 2021 ਦੇ ਲਈ ਵੀ ਜਿਹੜਾ ਨੋਮੀਨੇਟ ਕੀਤਾ ਗਿਆ ਟੌਪ ਚੋਇਸ ਅਵਾਰਡ ਦੇ ਲਈ। ਸੋ ਬਹੁਤ ਬਹੁਤ ਮੁਬਾਰਕਾਂ। ਤੇ ਮੈਂ ਤੁਹਾਡੀਆਂ ਸਰਵਿਸਿਜ਼ ਦੇ ਬਾਰੇ ਵਿੱਚ ਵੀ ਜ਼ਰੂਰ ਜਾਣਨਾ ਚਾਹੂੰਗੀ, ਕਿਹੜੀਆਂ ਸਰਵਿਸਿਜ਼ ਇਸ ਵਕਤ ਪ੍ਰੋਵਾਈਡ ਕਰਵਾ ਰਹੇ ਹੋ? ਤਰਨ ਜੀ ਥੈਂਕ ਯੂ। ਨੰਬਰ 1 ਤਾਂ ਸਾਡੇ ਕਲਾਇੰਟਸ ਨੇ ਜਿਹੜੇ ਸਾਨੂੰ ਇੱਦਾਂ ਦੇ ਅਵਾਰਡਸ ਦਿੰਦੇ ਨੇ ਤੇ ਦਿਵਾਉਂਦੇ ਨੇ, ਉਹ ਸਾਨੂੰ ਵੋਟ ਕਰਦੇ ਨੇ ਤੇ ਮੋਰ ਓਵਰ ਸਾਡੇ ਕੋਲ ਇੱਕ ਟੀਮ ਹੈ ਜੀ, ਪ੍ਰੋਫੈਸ਼ਨਲ ਟੀਮ ਆ, ਕਮਿਟਡ ਟੀਮ ਆਫ ਪ੍ਰੋਫੈਸ਼ਨਲਸ। ਅਸੀਂ ICCRC ਮੈਂਬਰ ਆ ਤੇ ਇਮੀਗ੍ਰੇਸ਼ਨ ਦੇ ਕੈਨੇਡੀਅਨ ਇਮੀਗ੍ਰੇਸ਼ਨ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮੈਟਰ ਅਸੀਂ ਡੀਲ ਕਰਦੇ ਆ, ਚਾਹੇ ਉਹ ਸਟਾਰਟ ਕਰ ਲਈਏ ਆਪਾਂ ਇਕਨੋਮਿਕ ਕਲਾਸ ਇਮੀਗ੍ਰੇਸ਼ਨ ਤੋਂ ਅੰਡਰ ਐਕਸਪ੍ਰੈਸ ਐਂਟਰੀ, ਪ੍ਰੋਵਿੰਸ਼ੀਅਲ ਨੋਮਨੀਜ਼, ਜਾਂ ਕਿਸੇ ਤਰ੍ਹਾਂ ਦਾ ਕੋਈ ਵਰਕ ਪਰਮਿਟ ਹੈਗਾ। ਵਰਕ ਪਰਮਿਟ ਵੀ ਕਈ ਤਰ੍ਹਾਂ ਦੇ ਨੇ, ਜਿੱਦਾਂ LMIA ਬੇਸਡ ਆ ਜਾਂ LMA ਐਗਜ਼ੈਂਪਟ ਹੈਗਾ, ਜਾਂ ਕਿਸੇ ਨੇ ਮੈਨੀਟੋਬਾ ਮੂਵ ਹੋਣਾ ਜਾਂ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਅਪਲਾਈ ਕਰਨੀ ਹੈ। ਇਸ ਤੋਂ ਬਿਨਾਂ ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ ਤੇ ਸਪੈਸ਼ਲੀ ਜਿਹੜੀ ਸਾਡੀ ਐਕਸਪਰਟੀਜ਼ ਹੈਗੀ ਹੈ ਜੀ, ਉਹ ਇਹ ਹੈ ਕਿ ਵੀ ਜੇ ਕਿਸੇ ਤਰ੍ਹਾਂ ਦੀ ਕਿਸੇ ਦੀ ਇਮੀਗ੍ਰੇਸ਼ਨ ਨਹੀਂ ਹੋ ਰਹੀ, ਉਹਨੂੰ ਕਿਸੇ ਤਰ੍ਹਾਂ ਦੀ ਟਰਬਲ ਆ ਰਹੀ ਹੈ, ਚਾਹੇ ਉਹ ਵਿਦ ਰਿਗਾਰਡ ਟੂ ਵਰਕ ਪਰਮਿਟ ਹੋ ਰਹੀ ਆ ਜਾਂ ਵਿਦ ਰਿਗਾਰਡ ਟੂ ਉਹਨਾਂ ਦੀ ਕੋਈ ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਦਿੱਕਤ ਆ, ਤਾਂ ਉਹ ਸਾਨੂੰ ਜ਼ਰੂਰ ਕੰਟੈਕਟ ਕਰ ਲੈਣ। ਸਾਡੇ ਕੋਲ ਇੱਦਾਂ ਦੀ ਟੀਮ ਹੈਗੀ ਆ, ਜਿਹੜੇ ਅਸੀਂ ਇੱਦਾਂ ਦੇ ਗੁੰਝਲਦਾਰ ਕੇਸਿਸ ਨੇ ਉਹ ਅਸੀਂ ਹੱਲ ਕਰਾਉਣ ਦੀ ਸਮਰੱਥਾ ਰੱਖਦੇ। ਜੀ ਬਿਲਕੁਲ। ਤੇ ਮੈਂ ਸਭ ਤੋਂ ਪਹਿਲਾਂ ਹੀ ਪੁੱਛਣਾ ਚਾਹੂੰਗੀ, ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੇ ਪਰਸੋਂ ਉਹਨਾਂ ਦੀ ਕਮੇਟੀ ਨਾਲ ਮੀਟਿੰਗ ਹੋਈ ਹੈ। ਸੋ ਉਸ ਮੀਟਿੰਗ ਵਿੱਚ ਕਈ ਮੁੱਦੇ ਵਿਚਾਰੇ ਗਏ ਨੇ, ਇਮੀਗ੍ਰੇਸ਼ਨ ਦੇ ਬਾਰੇ ਵਿੱਚ ਗੱਲਬਾਤ ਹੋਈ ਹੈ, ਵੱਖ-ਵੱਖ ਮੁੱਦਿਆਂ ਉੱਤੇ ਗੱਲਬਾਤ ਹੋਈ ਹੈ। ਉਹਨਾਂ ਦੀ ਸਟੇਟਮੈਂਟਸ ਜੋ ਵੱਖ-ਵੱਖ ਕੈਟਾਗਰੀਜ਼ ਨੂੰ ਲੈ ਕੇ ਆਈਆਂ ਨੇ, ਵੱਖ-ਵੱਖ ਇਮੀਗ੍ਰੇਸ਼ਨ ਦੇ ਜੋ ਪ੍ਰੋਗਰਾਮਸ ਨੂੰ ਲੈ ਕੇ ਆਈਆਂ ਨੇ, ਉਹਨਾਂ ਤੋਂ ਅਸੀਂ ਕੀ ਅੰਦਾਜ਼ਾ ਲਗਾ ਸਕਦੇ ਹਾਂ 2021 ਤੋਂ ਲੈ ਕੇ 2023 ਦੇ ਬਾਰੇ ਵਿੱਚ? ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਕਿੰਨੇ ਕੁ ਇਮੀਗ੍ਰੈਂਟਸ ਬੁਲਾਉਣ ਦੀ ਫਿਰਾਕ ਵਿੱਚ ਇਸ ਵਕਤ ਕੈਨੇਡਾ ਹੈਗਾ ਆ। ਸੋ ਅਸੀਂ ਕੀ ਸੋਚ ਸਕਦੇ ਹਾਂ ਕਿ ਇਮੀਗ੍ਰੇਸ਼ਨ ਸਿਸਟਮ 2021 ਤੋਂ ਕਿਵੇਂ ਦਾ ਹੋ ਸਕਦਾ ਆ? ਦੇਖੋ ਤਰਨ ਜੀ, ਕੈਨੇਡੀਅਨ ਜਿਹੜਾ ਕੈਨੇਡਾ ਦੀ ਜਿਹੜੀ ਇਕੋਨਮੀ ਆ ਕੈਨੇਡੀਅਨ ਇਮੀਗ੍ਰੇਸ਼ਨ ਦੇ ਉੱਪਰ ਡਿਪੈਂਡ ਕਰਦੀ ਹੈ। ਕੈਨੇਡਾ ਦੇ ਵਿੱਚ
ਕੈਨੇਡਾ ਇਜ਼ ਦਾ ਲੈਂਡ ਆਫ ਇਮੀਗ੍ਰੈਂਟ ਤੇ ਜਦੋਂ ਇੱਥੇ ਇਮੀਗ੍ਰੈਂਟ ਆਉਂਦੇ ਨੇ ਕੈਨੇਡਾ ਦੀ ਇਕਨੋਮੀ ਨੂੰ ਬੈਨੀਫਿਟ ਮਿਲਦਾ ਹੈ। ਹੁਣ ਪਿੱਛੇ ਜੇ ਕੋਵਿਡ ਕਰਕੇ ਇਮੀਗ੍ਰੈਂਟ ਘੱਟ ਆਏ ਨੇ ਤਾਂ ਰੀਸੈਂਟ ਨਿਊਜ਼ ਸੀ ਕਿ ਟੋਰਾਂਟੋ ਦੀ ਜਿਹੜੀ ਕੌਂਡੋ ਇੰਡਸਟਰੀ ਆ ਉਹਦੇ ਵਿੱਚ ਕਾਫੀ ਪ੍ਰੋਬਲਮਸ ਆ ਰਹੀਆਂ ਨੇ, ਉਹਦਾ ਮਤਲਬ ਪ੍ਰਾਈਸ ਰੇਟ ਘਟਿਆ ਹੈਗਾ। ਸੋ ਕਿਤੇ ਨਾ ਕਿਤੇ ਸਾਡੀ ਇਮੀਗ੍ਰੇਸ਼ਨ ਆ ਉਹ ਇੰਜਨ ਹੈ ਕੈਨੇਡੀਅਨ ਇਮੀਗ੍ਰੇਸ਼ਨ ਦੀ, ਕੈਨੇਡੀਅਨ ਇਕਨੋਮੀ ਦਾ, ਠੀਕ ਹੈ ਜੀ। ਤੇ ਪਿਛਲੇ ਸਾਲ ਇਸ ਸਾਲ 2020 ਦੇ ਵਿੱਚ ਕੋਵਿਡ ਕਰਕੇ ਘੱਟ ਇਮੀਗ੍ਰੈਂਟ ਹੋਣ ਕਰਕੇ 2021 ਤੋਂ ਲੈ ਕੇ 23 ਤੱਕ ਮਿਨਿਸਟਰ ਇਮੀਗ੍ਰੇਸ਼ਨ ਨੇ ਇਹ ਅਨਾਉਂਸ ਕੀਤਾ ਹੈ ਕਿ 1.2 ਮਿਲੀਅਨ ਜਿਹੜੇ ਨਵੇਂ ਇਮੀਗ੍ਰੈਂਟ ਆਉਣਗੇ। ਸੋ ਅਪਰੋਕਸੀਮੇਟਲੀ 4 ਲੱਖ ਇਮੀਗ੍ਰੈਂਟ ਐਵਰੀ ਈਅਰ ਆਉਣਗੇ ਜੀ। ਤੇ ਇਹਦੇ ਨਾਲ ਜਿਹੜਾ ਇੰਪੈਕਟ ਪੈਣਾ ਤਰਨ ਜੀ ਉਹ ਇਹ ਆ ਕਿ ਚਾਹੇ ਉਹ ਐਕਸਪ੍ਰੈਸ ਐਂਟਰੀ ਦਾ ਹੋਵੇ ਉਹਦਾ ਸੀਆਰਐਸ ਘਟਣ ਦੇ ਪੂਰੇ ਚਾਂਸਸ ਹੈਗੇ ਨੇ। ਇਸ ਤੋਂ ਬਿਨਾਂ ਜਿਹੜੇ ਆਲਰੇਡੀ ਇੱਥੇ ਇੰਡੀਵਿਜੂਅਲਸ ਹੈਗੇ ਨੇ, ਚਾਹੇ ਉਹ ਵਰਕ ਪਰਮਿਟ ਤੇ ਨੇ ਜਾਂ ਕੋਈ ਰਿਫਿਊਜੀ ਸਟੇਟਸ ਤੇ ਨੇ ਜਾਂ ਕੋਈ ਸਟੱਡੀ ਪਰਮਿਟ ਤੇ ਨੇ, ਤੇ ਇਮੀਗ੍ਰੇਸ਼ਨ ਦੀ ਕਿਤੇ ਨਾ ਕਿਤੇ ਇਹ ਤਜਵੱਜੋ ਆ, ਕੋਸ਼ਿਸ਼ ਆ ਕਿ ਵੀ ਜਿਹੜੇ ਇੱਥੇ ਆਲਰੇਡੀ ਇਨਲੈਂਡ ਹੈਗੇ ਨੇ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾਵੇ। ਕਿਉਂਕਿ ਈਵਨ ਦੋ ਵੈਕਸੀਨ ਡਿਕਲੇਅਰ ਹੋ ਗਈ ਆ, ਬਟ ਵੈਕਸੀਨ ਕਦੋਂ ਡਿਲੀਵਰ ਹੋਗੀ, ਆਮ ਕੈਨੇਡੀਅਨ ਨੂੰ ਕਦੋਂ ਮਿਲੂਗੀ, ਇਹ ਚੀਜ਼ਾਂ ਹਜੇ ਡੇਟਾ ਫਾਈਨਲ ਨਹੀਂ ਹੋਈਆਂ ਯੈਟ। ਸੋ ਕਿਤੇ ਨਾ ਕਿਤੇ ਕੈਨੇਡੀਅਨ ਇਮੀਗ੍ਰੇਸ਼ਨ ਬਹੁਤ ਅਗਰੈਸਿਵਲੀ 2021 ਤੋਂ ਲੈ ਕੇ 2023 ਤੱਕ ਇਮੀਗ੍ਰੈਂਟ ਬੁਲਾਊਗੀ ਜੀ। ਤੇ ਤੁਸੀਂ ਜਿਵੇਂ ਕਿਹਾ ਕਿ ਐਗਰੈਸਿਵਲੀ ਜਿਹੜੇ ਇਮੀਗ੍ਰੈਂਟਸ ਨੂੰ ਬੁਲਾਉਣਗੇ, ਇਮੀਗ੍ਰੈਂਟਸ ਇੱਥੇ ਪਹੁੰਚਣਗੇ ਵੀ, ਪਰ ਜਦੋਂ ਪ੍ਰੋਸੈਸਿੰਗ ਅੱਗੇ ਦੀ ਅੱਗੇ ਇੱਕ ਸਟੈਪ ਤੋਂ ਦੂਸਰੇ ਸਟੈਪ ਤੇ ਜਾਂਦੇ ਨੇ ਉਹ ਥੋੜੀ ਜਿਹੀ ਜਿਹੜੀ ਆ ਡਿਫਿਕਲਟ ਹੁੰਦੀ ਜਾਂਦੀ ਆ। ਜਾਂ ਫਿਰ ਇਸ ਵਕਤ ਅਸੀਂ ਕਹਿ ਲਈਏ ਕਿ ਕਰੋਨਾ ਵਾਇਰਸ ਦੇ ਕਰਕੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ, ਜਿਸ ਤਰੀਕੇ ਨਾਲ ਫਾਈਲਸ ਦਾ ਬੈਕਲੌਗ ਵਧਿਆ ਆ। ਉਸ ਤੋਂ ਬਾਅਦ ਵਰਕ ਫਰਮ ਹੋਮ ਕਰਕੇ ਬਹੁਤੀ ਵਾਰੀ ਜਿਹੜਾ ਆ ਕੰਟੀਨਿਊਟੀ ਟੁੱਟ ਜਾਂਦੀ ਆ ਕੰਮ ਨੂੰ ਲੈ ਕੇ, ਤੇ ਜਿਹੜਾ ਪ੍ਰੋਸੈਸਿੰਗ ਵੀ ਥੋੜੀ ਸਲੋ ਜ਼ਰੂਰ ਰਹੀ ਹੈ। ਹੁਣ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਜਿਵੇਂ ਪੋਸਟ ਗ੍ਰੈਡ ਵਰਕ ਪਰਮਿਟਸ ਐਪਲੀਕੇਸ਼ਨ ਦੀ ਗੱਲ ਕਰ ਲਈਏ। ਜੇ ਮੈਂ ਵਰਕ ਪਰਮਿਟ ਦੀ ਕੈਟਾਗਰੀ ਵਿੱਚ ਇਸ ਵਕਤ ਗੱਲ ਕਰਾਂ ਤਾਂ ਐਪਲੀਕੇਸ਼ਨਸ ਨੂੰ ਲੈ ਕੇ ਬੈਕਲੌਗ ਕੀ ਜ਼ਿਆਦਾ ਹੋ ਗਿਆ, ਇਸ ਕਰਕੇ ਕੀ ਕਾਰਨ ਹੈਗਾ ਕਿ ਐਪਲੀਕੇਸ਼ਨਸ ਦੇ ਵਿੱਚ ਇੰਨਾ ਜ਼ਿਆਦਾ ਡਿਲੇ ਦੇਖਣ ਨੂੰ ਮਿਲ ਰਿਹਾ? ਤਰਨ ਜੀ ਕੋਵਿਡ ਕਰਕੇ ਨੋ ਡਾਊਟ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਆ ਉਹ ਸਲੋ ਡਾਊਨ ਹੋਇਆ, ਬਟ ਕਈ ਕੇਸਾਂ ਦੇ ਵਿੱਚ ਐਸੈਂਸ਼ੀਅਲ ਜਿਹੜੀਆਂ ਵਰਕਰਸ ਦੀਆਂ ਐਪਲੀਕੇਸ਼ਨ ਸੀ ਉਹ ਫਾਸਟ ਵੀ ਹੋਈਆਂ ਨੇ। ਬਟ ਜਿਹੜਾ ਆਪਾਂ ਪਾਰਟਿਕੂਲਰ ਸਿਨੈਰੀਓ ਦੀ ਗੱਲ ਕਰਦੇ ਹਾਂ ਜੀ, ਕਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਜਾਂ ਜਿਨ੍ਹਾਂ ਨੇ ਆਪਣਾ ਵਰਕ ਪਰਮਿਟ ਟੂ ਵਰਕ ਪਰਮਿਟ ਚੇਂਜ ਕਰਨ ਵਾਸਤੇ ਭੇਜੀ ਹੋਈ ਹੈ ਐਪਲੀਕੇਸ਼ਨ, ਜਾਂ ਸਟੱਡੀ ਪਰਮਿਟ ਟੂ ਐਲਐਮਆਈ ਲੈ ਕੇ ਵਰਕ ਪਰਮਿਟ ਕਰਾਇਆ, ਉਹਨਾਂ ਦੀ ਐਪਲੀਕੇਸ਼ਨ ਅਪਰੋਕਸੀਮੇਟਲੀ ਕਈ ਕੇਸਾਂ ਦੇ ਵਿੱਚ ਜੀ 12 ਮਹੀਨੇ ਔਰ 18 ਮਹੀਨੇ ਔਰ ਕਈ ਕੇਸਾਂ 'ਚ 2-2 ਸਾਲ ਹੋ ਗਏ ਉਹ ਵੇਟ ਕਰਦੇ ਨੂੰ ਐਪਲੀਕੇਸ਼ਨ। ਤੇ ਉਹਨਾਂ ਨੂੰ ਸਿਰਫ ਇੱਕੋ ਹੀ ਤਰ੍ਹਾਂ ਜੀ ਮੈਸੇਜ ਆਇਆ ਹੋਇਆ ਕਿ ਵੀ ਤੁਹਾਡੀ ਜਿਹੜੀ ਫਾਈਲ ਆ ਟ੍ਰਾਂਸਫਰ ਹੋ ਗਈ ਆ, ਜਾਂ ਐਡਮਿੰਟਨ ਮੂਵ ਹੋ ਗਈ ਆ, ਜਾਂ ਇਟੋਵਿਕੋ ਹੋ ਗਈ ਆ, ਜਾਂ ਕਿਸੇ ਲੋਕਲ ਆਫਿਸ 'ਚ ਹੋ ਗਈ ਆ। ਤੇ ਉੱਦਾਂ ਦੇ ਜਿਹੜੇ ਕਲਾਇੰਟਸ ਹੈਗੇ ਨੇ ਜੀ, ਉਹਨਾਂ ਨੂੰ ਆਈ ਸਟਰੋਂਗਲੀ ਰਿਕਮੈਂਡ ਕਿ ਸਾਡੇ ਨਾਲ ਇੱਕ ਵਾਰ ਕੰਸਲਟੇਸ਼ਨ ਜ਼ਰੂਰ ਲੈ ਲੈਣ, ਕਿਉਂਕਿ ਉਹਦੇ ਕਈ ਕਾਰਨ ਹੋ ਸਕਦੇ ਨੇ ਜੇ ਫਾਈਲ ਟ੍ਰਾਂਸਫਰ ਹੋਈ ਆ। ਉਹਦਾ ਕਾਰਨ ਬੇਸਿਕ ਇਹ ਵੀ ਹੋ ਸਕਦਾ ਕਿ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕਲੈਰਿਟੀ ਨਹੀਂ ਹੈਗੀ, ਤੁਹਾਡੀ ਜਿਹੜੀ ਸਬਮਿਸ਼ਨ ਹੈਗੀ ਆ ਉਹ ਇੰਨੀ ਕਲੀਅਰ ਨਹੀਂ ਹੈਗੀ ਕਿ ਆਫੀਸਰ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਵਾਟ ਆਰ ਯੂ ਲੁਕਿੰਗ ਐਟ, ਠੀਕ ਹੈ ਜੀ। ਜਾਂ ਜਿਹੜੀ ਤੁਸੀਂ ਆਪਣੀ ਬੈਕਗਰਾਉਂਡ ਪਾਈ ਹੈਗੀ ਆ ਉਹ ਕਿਤੇ ਨਾ ਕਿਤੇ ਆਫੀਸਰ ਨੂੰ ਨਹੀਂ ਕਲੀਅਰ ਹੋ ਰਹੀ, ਜਾਂ ਕਈ ਕੇਸਾਂ ਦੇ ਵਿੱਚ ਤੁਸੀਂ ਉਹ ਵੀ ਇਨਫੋਰਮੇਸ਼ਨ ਪਾਈ ਆ, ਬਟ ਔਨ ਦੀ ਅਦਰ ਹੈਂਡ ਸਾਈਡ ਜਿਹੜੇ ਤੁਹਾਨੂੰ ਸਪੋਰਟਿੰਗ ਡਾਕੂਮੈਂਟਸ ਦੇਣੇ ਚਾਹੀਦੇ ਸੀ ਤੁਸੀਂ ਉਹ ਪ੍ਰੋਪਰ ਸਬਮਿਟ ਨਹੀਂ ਕੀਤੇ ਹੈਗੇ। ਸੋ ਇਸ ਕਰਕੇ ਉਹ ਐਪਲੀਕੇਸ਼ਨ ਫਰਦਰ ਇਨਵੈਸਟੀਗੇਸ਼ਨ ਵਾਸਤੇ ਜਾਂ ਫਰਦਰ ਰਿਵਿਊ ਵਾਸਤੇ ਐਡਮਿੰਟਨ ਜਾਂ ਇਟੋਬਿਕੋ ਜਾਂ ਕਿਸੇ ਲੋਕਲ ਆਫਿਸਿਸ ਦੇ ਵਿੱਚ ਚਲੀ ਜਾ ਰਹੀ ਹੈ, ਠੀਕ ਹੈ ਜੀ। ਤੇ ਉਹ ਉੱਦਾਂ ਦੇ ਜਿਹੜੇ ਕਲਾਇੰਟਸ ਨੇ ਜੋ ਸਾਨੂੰ ਕੰਟੈਕਟ ਕਰ ਲੈਣ ਤਾਂ ਅਸੀਂ ਡਿਟੇਲ ਦੇ ਵਿੱਚ ਕੇਸ ਸਟੱਡੀ ਕਰਕੇ ਕੇਸ ਟੂ ਕੇਸ, ਆਮ ਨਾਟ ਸੇਇੰਗ ਕਿ ਅਸੀਂ ਸਾਰੇ ਕੇਸ ਲੈ ਲਾਂਗੇ, ਬਟ ਕੇਸ ਟੂ ਕੇਸ ਲੈ ਕੇ ਅਸੀਂ ਕਈ ਕੇਸਿਸ ਇਦਾਂ ਵੀ ਦੇਖੇ ਨੇ ਕਿ ਸਾਡੇ ਕੋਲੇ ਆਏ ਨੇ ਕਿ ਸਾਡਾ ਸਰ ਵਰਕ ਪਰਮਿਟ 16 ਮਹੀਨਿਆਂ ਤੋਂ ਕੁਝ ਨਹੀਂ ਆ ਰਿਹਾ, ਤੇ ਅਸੀਂ ਉਹਦੀ ਐਪਲੀਕੇਸ਼ਨ ਦੇਖੀ, ਉਹਦੇ ਤੇ ਕੰਮ ਕੀਤਾ ਤੇ ਉਹ 2 ਜਾਂ 3 ਵੀਕ ਦੇ ਵਿੱਚ ਉਹਨਾਂ ਨੂੰ ਵਰਕ ਪਰਮਿਟ ਮਿਲ ਗਿਆ ਹੈ। ਸੋ ਜਿਹੜੇ ਵੀ ਤੁਹਾਡੇ ਕੋਈ ਸਰੋਤੇ ਮੈਨੂੰ ਸੁਣ ਰਹੇ ਨੇ ਤੇ ਦਿਸ ਇਜ਼ ਅ ਗੁੱਡ ਓਪਰਚੁਨਿਟੀ, ਤੁਸੀਂ ਸਾਨੂੰ ਕੰਟੈਕਟ ਕਰ ਲਓ। ਵੀ ਵਿਲ ਸੀ ਕਿ ਅਸੀਂ ਤੁਹਾਡਾ ਤੁਸੀਂ ਕੇਸ ਦੇ ਵਿੱਚ ਕੀ ਸਬਮਿਸ਼ਨ ਕੀਤੀ ਹੈ, ਕੀ ਆ ਕਿਦਾਂ, ਕਿਹੜੇ ਫਾਰਮ ਭਰੇ ਨੇ, ਫਾਰਮ ਦੇ ਵਿੱਚ ਕਿਹੜੀ ਇਨਫੋਰਮੇਸ਼ਨ ਭਰੀ ਆ, ਤੇ ਕਿਹੜੇ ਸਪੋਰਟਿੰਗ ਡਾਕੂਮੈਂਟਸ ਲਗਾਏ ਨੇ। ਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਉਹ ਇੱਕ ਤੋਂ ਇਨਕੁਆਇਰੀ ਕਰਾਉਂਦੇ ਨੇ, ਕਾਲ ਸੈਂਟਰ ਨੂੰ ਕਾਲ ਕਰਦੇ ਨੇ ਜਾਂ ਕਿਸੇ ਮੈਂਬਰ ਆਫ ਪਾਰਲੀਮੈਂਟ ਨੂੰ ਕੰਟੈਕਟ ਕਰਦੇ ਨੇ ਕਿ ਸਾਡੀ ਪਲੀਜ਼ ਐਪਲੀਕੇਸ਼ਨ ਦਾ ਪਤਾ ਕਰਕੇ ਦਿਓ, ਜਾਂ ਕਈ ਕੇਸਾਂ ਦੇ ਵਿੱਚ ਉਹ ਨੋਟਸ ਵੀ ਅਪਲਾਈ ਕਰਦੇ ਨੇ, GCMS ਜਾਂ ਆਪਾਂ ਕੈਪਸ ਨੋਟ ਵੀ ਕਹਿ ਦਿੰਦੇ ਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਸਿਰਫ ਇੱਕੋ ਹੀ ਇਨਫੋਰਮੇਸ਼ਨ ਮਿਲਦੀ ਹੈ ਕਿ ਤੁਹਾਡੀ ਫਾਈਲ ਇਨਵੈਸਟੀਗੇਸ਼ਨ ਦੇ ਵਿੱਚ। ਓਕੇ, ਠੀਕ ਹੈ ਜੀ। ਤੇ ਬਟ ਇਹ ਟਰੂ ਨਹੀਂ ਹੈਗਾ ਜੀ। ਕਈ ਕੇਸਾਂ ਦੇ ਮੈਜੋਰਟੀ ਕੇਸਾਂ ਦੇ ਵਿੱਚ ਇਹ ਆ ਕਿ ਫਾਈਲਾਂ ਕਲੀਅਰ ਨਹੀਂ ਹੈਗੀਆਂ, ਸਬਮਿਸ਼ਨ ਇਜ਼ ਨਾਟ ਦੈਟ ਕਲੀਅਰ। ਇਸ ਕਰਕੇ ਆਫੀਸਰ ਕਨਫਿਊਜ਼ ਨੇ, ਕਿਉਂਕਿ ਬੈਕਲੌਗ ਜਦੋਂ ਤੁਸੀਂ ਤਰਨ ਜੀ ਕਹਿ ਕੇ ਹਟਿਓ ਕਿ ਬੈਕਲੌਗ ਇਹਦਾ ਹੋਣ ਕਾਰਨ ਕਰਕੇ ਇਮੀਗ੍ਰੇਸ਼ਨ
ਜਲਦੀ ਤੋਂ ਜਲਦੀ ਜਿਹੜੀਆਂ ਐਪਲੀਕੇਸ਼ਨਾਂ ਦਾ ਉਹਨਾਂ ਦਾ ਨਿਪੇੜਾ ਕਰਨਾ ਚਾਹੁੰਦੀ ਹੈ, ਉਹਨਾਂ ਨੂੰ ਉਹਨਾਂ ਦਾ ਡਿਸੀਜਨ ਲੈਣਾ ਚਾਹੁੰਦੀ ਆ। ਸੋ ਜਿਹੜੀ ਵੀ ਫਾਈਲ ਉਹਨਾਂ ਨੂੰ ਕਨਫਿਊਜ਼ਿੰਗ ਲੱਗਦੀ ਆ, ਉਹਨੂੰ ਰਾਦਰ ਦੈਨ ਕਿ ਫਰਦਰ ਰਿਵਿਊ ਤੇ ਉਹਨੂੰ ਲੋਕਲ ਆਫਿਸ ਦੇ ਵਿੱਚ ਜਾਂ ਐਡਮਿੰਟਨ ਜਾਂ ਇਟੋਬੀਕੋ ਕਿਸੇ ਵੀ ਲੋਕਲ ਆਫਿਸ ਦੇ ਵਿੱਚ ਭੇਜੀ ਜਾਂਦੀ ਆ, ਜਿੱਥੇ ਕਿ 1.5 ਸਾਲ ਬਾਅਦ ਉਸਦੇ ਕੋਈ ਪੇ ਸਟੱਬ ਮੰਗੇ ਜਾਂਦੇ ਨੇ, ਕੋਈ ਐਜੂਕੇਸ਼ਨ ਡਾਕੂਮੈਂਟ ਮੰਗੇ ਜਾਂਦੇ ਨੇ, ਕੇਸ ਟੂ ਕੇਸ ਡਿਪੈਂਡ ਕਰਦਾ। ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਮਟਾਈਮਸ ਪ੍ਰੂਫ ਨਹੀਂ ਪੂਰੇ ਲਗਾਏ ਜਾਂਦੇ ਹੈਗੇ ਜਾਂ ਫਿਰ ਆਫੀਸਰ ਜਿਹੜਾ ਕਨਫਿਊਜ਼ ਹੋ ਜਾਂਦਾ ਹੈ। ਤੁਸੀਂ ਬੈਕਗ੍ਰਾਉਂਡ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਦਿੱਤੀਆਂ ਹੁੰਦੀਆਂ ਨੇ। ਇੱਕ ਤਾਂ ਹੋ ਗਿਆ ਜਿਨ੍ਹਾਂ ਨੇ ਬਿਲਕੁਲ ਫਰੈਸ਼ ਅਪਲਾਈ ਕਰਨਾ ਹੈ, ਇੱਕ ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ ਹੋਇਆ ਸੀ, ਉਹਨਾਂ ਦਾ ਹੁਣ ਐਕਸਪਾਇਰ ਹੋਣ ਵਾਲਾ, ਉਹਨਾਂ ਨੇ ਰੀਨਿਊਅਲ ਲਈ ਪਾਉਣਾ ਆ। ਉਹ ਫਾਈਲਸ ਵੀ ਅਸੀਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਉਹਨਾਂ ਨੂੰ ਵੀ ਸਮਾਂ ਲੱਗ ਰਿਹਾ ਆ। ਉਹਦੇ ਪਿੱਛੇ ਵੀ ਕੀ ਸੇਮ ਹੀ ਰੀਜ਼ਨ ਹੈ? ਤਰਨਜੀਤ, ਜਿਹੜੇ ਰੀਜ਼ਨ ਨੇ ਉਹ ਕਾਫੀ ਸਿਮਿਲਰ ਨੇ। ਕਈ ਬੱਚਿਆਂ ਨੂੰ ਸਪੈਸ਼ਲੀ ਜਿਹੜੇ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਪਹਿਲਾਂ ਗੱਲ ਕਰਕੇ ਹਟੇ, ਉਹਨਾਂ ਨੂੰ ਦਿੱਕਤ ਇਹ ਆ ਰਹੀ ਹੈ, ਉਹਨਾਂ ਨੂੰ ਮੈਂ ਇੱਕ ਵਾਰ ਆਪਣੇ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਕਲੀਅਰਲੀ ਦੱਸਿਆ ਸੀ, ਉਹਨਾਂ ਨੂੰ ਬੱਚਿਆਂ ਨੂੰ ਹਜੇ ਤੱਕ ਇਹ ਕਲੀਅਰ ਨਹੀਂ ਹੈਗਾ ਕਿ ਉਹ ਕਦੋਂ ਕੰਮ ਕਰ ਸਕਦੇ ਨੇ। ਜੀ, ਮੈਂ ਅੱਜ ਫਿਰ ਤੁਹਾਡੇ ਰਾਹੀਂ ਫਿਰ ਰਿਪੀਟ ਕਰਦਾ ਵੀ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਜਦੋਂ ਬੱਚਾ ਸਕੂਲ ਜਾ ਰਿਹਾ ਹੈਗਾ, ਉਹਦਾ 20 ਆਵਰਸ ਅਲਾਉਡ ਹੈਗਾ। ਟੈਂਪਰੇਰੀ ਇਮੀਗ੍ਰੇਸ਼ਨ ਨੇ ਅਲਾਉ ਕੀਤਾ ਸੀ ਕਿ ਤੁਸੀਂ 40 ਆਵਰਸ ਜਾਂ ਫੁੱਲ ਟਾਈਮ ਕੰਮ ਕਰ ਸਕਦੇ ਹੋ, ਬਟ ਹੁਣ ਉਹ ਬੈਕ ਟੂ ਨਾਰਮਲ 20 ਆਵਰਸ ਹੋ ਗਿਆ। ਤੁਸੀਂ ਐਜ਼ ਲੌਂਗ ਐਜ਼ ਇਨਰੋਲਡ ਹੋ ਕਾਲਜ ਦੇ ਵਿੱਚ 20 ਆਵਰਸ ਕੰਮ ਕਰ ਸਕਦੇ ਹੋ। ਤੇ ਜਦੋਂ ਕਾਲਜ ਦੇ ਵਿੱਚ ਤੁਸੀਂ ਡਨ ਕਰਤੇ, ਪੇਪਰ ਤੁਹਾਡੇ ਪੈ ਗਏ ਨੇ, ਐਗਜ਼ਾਮ ਹੋ ਗਏ ਨੇ, ਬਟ ਤੁਸੀਂ ਰਿਜ਼ਲਟ ਦੀ ਵੇਟ ਕਰ ਰਹੇ ਹੋ, ਤੁਸੀਂ ਸਟਿਲ ਕੰਸੀਡਰ ਹੁੰਦੇ ਹੋ, ਸਟੂਡੈਂਟ ਕੰਸੀਡਰ ਹੁੰਦੇ ਹੋ। ਓਕੇ, ਉਸ ਟਾਈਮ ਵੀ ਤੁਹਾਨੂੰ 20 ਆਵਰਸ ਹੀ ਕੰਮ ਕਰਨਾ ਅਲਾਉ ਹੈ। ਉਸ ਤੋਂ ਬਾਅਦ ਤੀਸਰੇ ਸਟੈਪ ਦੇ ਉੱਪਰ ਜਦੋਂ ਬੱਚਿਆਂ ਨੂੰ ਜੀ ਕਨਫਰਮੇਸ਼ਨ ਮਿਲ ਜਾਂਦੀ ਹੈ ਕਿ ਨਾਓ ਯੂ ਆਰ ਅਫੀਸ਼ੀਅਲੀ ਗ੍ਰੈਜੂਏਟ ਫਰਮ ਦੈਟ ਪ੍ਰੋਗਰਾਮ, ਫਰਮ ਦੈਟ ਇੰਸਟੀਚਿਊਟ, ਉਸ ਤੋਂ ਬਾਅਦ ਬੱਚਾ ਜਦ ਤੱਕ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਅਪਲਾਈ ਕਰਦਾ, ਤਦ ਤੱਕ ਉਹ 1 ਘੰਟਾ ਵੀ ਕੰਮ ਨਹੀਂ ਕਰ ਸਕਦਾ। ਓਕੇ, ਪ੍ਰੋਬਲਮ ਤਰਨ ਜੀ ਇੱਥੇ ਆਉਂਦੀ ਹੈ ਕਿ ਬੱਚੇ ਇਹ ਸੋਚਦੇ ਨੇ ਕਿ ਵੀ ਜਦੋਂ ਮੈਂ ਸਟੱਡੀ ਡਨ ਕਰ ਲਈ ਆ, ਕਾਲਜ ਮੈਂ ਨਹੀਂ ਜਾ ਰਿਹਾ, ਮੈਂ ਫੁੱਲ ਟਾਈਮ ਕੰਮ ਕਰ ਸਕਦਾ। ਬਿਲਕੁਲ ਠੀਕ ਹੈ ਜੀ। ਉਸ ਕੇਸਿਸ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ। ਮੈਂ ਉਹਨਾਂ ਬੱਚਿਆਂ ਨੂੰ ਕਹਿੰਦਾ ਵੀ ਜਦ ਤੱਕ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਅਪਲਾਈ ਕਰਦੇ, ਉਦੋਂ ਤੱਕ ਤੁਸੀਂ ਫੁੱਲ ਟਾਈਮ ਕੰਮ ਕਰਨਾ ਨਹੀਂ ਸ਼ੁਰੂ ਕਰ ਸਕਦੇ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਵੀ ਇਹ ਰਿਕੁਆਇਰਮੈਂਟ ਆ ਕਿ ਵੀ ਜਿਹੜੇ ਤੁਸੀਂ ਕਾਲਜ ਤੋਂ ਗ੍ਰੈਜੂਏਟ ਹੋਏ ਹੋ ਤਰਨ ਜੀ, ਤੇ ਉਹ ਕਾਲਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਜੀ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਉਹਨਾਂ ਦਾ ਆਪਾਂ ਸਵਾਲ ਲੈ ਲਈਏ। ਮੁਆਫੀ ਚਾਹਾਂਗੇ, ਸ਼ਾਇਦ ਉਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ। ਤੇ ਤੁਸੀਂ ਗੱਲ ਕਰ ਰਹੇ ਸੀ ਜਿਹੜੇ ਕਾਲਜਸ ਤੋਂ ਉਹਨਾਂ ਨੇ ਮਤਲਬ ਰੋਲ ਆਊਟ ਕੀਤਾ ਹੁੰਦਾ, ਪਾਸ ਆਊਟ ਕੀਤਾ ਹੁੰਦਾ, ਉਹਦੇ ਬਾਰੇ ਆਪਾਂ ਜਾਣਕਾਰੀ ਦੇ ਰਹੀ ਸੀ ਦਰਸ਼ਕਾਂ ਨੂੰ। ਜੀ ਤਰਨ ਜੀ, ਉਹ ਕਾਲਜ DLF ਹੋਣਾ ਚਾਹੀਦਾ ਆਫ ਕੋਰਸ, ਤੇ ਇਸ ਤੋਂ ਬਿਨਾ ਕਮਿਊਨਿਟੀ ਕਾਲਜ ਹੋਣਾ ਚਾਹੀਦਾ। ਕਮਿਊਨਿਟੀ ਕਾਲਜ ਤੋਂ ਹੀ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਬਟ ਕੁਬੈਕ ਦੇ ਵਿੱਚ ਇੱਕ ਆਪਸ਼ਨ ਹੈਗਾ, ਜਿਹੜੇ ਪ੍ਰਾਈਵੇਟ ਕਾਲਜਸ ਵੀ ਹੈਗੇ ਨੇ, ਉਹਨਾਂ ਦਾ ਇੱਕ ਸਟੈਂਡਰਡ ਆਪਾਂ ਪ੍ਰਾਈਵੇਟ ਕਾਲਜਸ ਦੇ ਬਾਰੇ ਵਿੱਚ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ, ਆਪਾਂ ਉਹਨਾਂ ਦੀ ਪਹਿਲਾਂ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਕਿ ਮੈਂ ਸਿਟੀਜ਼ਨਸ਼ਿਪ ਅਪਲਾਈ ਕੀਤੀ ਸੀ ਆਲਮੋਸਟ 1 ਈਅਰ ਸਿਟੀਜ਼ਨਸ਼ਿਪ ਲਈ ਜੀ। ਹਾਲੇ ਤੱਕ ਹਜੇ ਤੱਕ ਕੁਝ ਨਹੀਂ ਆਇਆ, ਬਟ ਆਨਲਾਈਨ ਵੀ ਚੈੱਕ ਕਰਦੀ ਹਾਂ ਸ਼ੋਅ ਕਿ ਉਹ ਐਡਮਿੰਟਨ ਆਫਿਸ ਵਿੱਚ ਹੈ। ਐਡਮਿੰਟਨ ਆਫਿਸ। ਸਰ, ਤੁਹਾਨੂੰ ਸਵਾਲ ਸਮਝ ਆ ਗਿਆ? ਮੈਂ ਦੁਬਾਰਾ ਰਿਪੀਟ ਕਰਾਂ? 1 ਮਿੰਟ ਮੈਮ, ਹੋਲਡ ਰਹੋ ਤੁਸੀਂ। ਤਰਨ ਜੀ, ਮੈਨੂੰ ਸਵਾਲ ਸਮਝ ਆ ਗਿਆ ਜੀ। ਆਪਾਂ ਉਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਨੂੰ? ਸਕਰੀਨ ਤੇ ਆਪਾਂ ਆਨਸਰ ਦੇ ਸਕਦੇ। ਤੁਸੀਂ ਮੈਮ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਰ, ਤਰਨ ਜੀ, ਇਹਨਾਂ ਦਾ ਸਵਾਲ ਇਹ ਹੈ ਕਿ ਵੀ ਇਹਨਾਂ ਨੇ ਸਿਟੀਜ਼ਨਸ਼ਿਪ ਅਪਲਾਈ ਕੀਤੀ ਸੀ, 1 ਸਾਲ ਤੋਂ ਫਾਈਲ ਐਡਮਿਟਨ ਮੂਵ ਹੋਈ ਆ, ਤੇ ਸੋ ਫਾਰ ਇਹਨਾਂ ਨੂੰ ਕੁਝ ਨਹੀਂ ਆਇਆ ਉਹਦੇ ਵਿੱਚ ਰਿਪਲਾਈ ਆ ਰਿਹਾ ਜੀ। ਤੇ ਇਹਨਾਂ ਦਾ ਆਨਸਰ ਇਹ ਹੈ ਜੀ ਕਿ ਵੀ ਇਮੀਗ੍ਰੇਸ਼ਨ ਨੇ ਕੋਵਿਡ ਕਰਕੇ ਜਿਹੜੇ ਸਿਟੀਜ਼ਨਸ਼ਿਪ ਦੇ ਟੈਸਟ ਸੀ, ਉਹ ਸਾਰੇ ਪੋਸਟਪੋਨ ਕਰਤੇ ਸੀ ਜੀ। ਬਿਕਾਜ਼ ਸੋਸ਼ਲ ਡਿਸਟੈਂਸਿੰਗ, ਹਰੇਕ ਪ੍ਰੋਵਿੰਸ ਦੇ ਆਪਣੇ ਰੂਲਸ ਨੇ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ, ਗੈਦਰਿੰਗ ਨੂੰ ਲੈ ਕੇ। ਇਸ ਕਰਕੇ ਕੈਨੇਡੀਅਨ ਇਮੀਗ੍ਰੇਸ਼ਨ ਨੇ ਫॉर द ਸੇਫਟੀ ਰੀਜ਼ਨਸ ਉਹ ਸਾਰੇ ਜਿਹੜੇ ਸਿਟੀਜ਼ਨਸ਼ਿਪ ਦੇ ਐਗਜ਼ਾਮ ਸੀ ਉਹ ਪੋਸਟਪੋਨ ਕਰਤੇ ਸੀ। ਬਟ ਹੁਣ ਰੀਸੈਂਟਲੀ ਇਹ ਅਪਰੂਵਲ ਆਈ ਹੈ ਕਿ ਵੀ ਉਹ ਪ੍ਰੋਗਰਾਮ ਸਾਰੇ ਜਿਹੜੇ ਐਗਜ਼ਾਮ ਉਹ ਆਨਲਾਈਨ ਹੋਇਆ ਕਰੂਗਾ। तो ਇਹਨਾਂ ਨੂੰ ਥੋੜੀ ਜਿਹੀ ਵੇਟ ਕਰਨ ਦੀ ਲੋੜ ਹੈ। देयर इज नथिंग नीड टू बी वरी, इट इज जस्ट बिकॉज ऑफ कोविड-19। ਜੀ ਬਿਲਕੁਲ ਸਰ, ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਅਜੇ ਤੱਕ ਕੋਈ ਅਪਡੇਸ਼ਨਸ ਨਹੀਂ ਆਈ, ਆਨਲਾਈਨ ਟੈਸਟ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋ ਜਿਨ੍ਹਾਂ ਨੇ ਇਸ ਵਕਤ ਫਾਈਲਸ ਲਗਾਈਆਂ ਹੋਈਆਂ ਨੇ ਜਾਂ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਹੋਇਆ ਉਹਨਾਂ ਨੇ ਟੈਸਟ ਦੇ ਲਈ, ਉਹਨਾਂ ਨੂੰ ਪ੍ਰਾਇੋਰਟੀ ਮਿਲੇਗੀ ਜਾਂ ਫਿਰ ਫਸਟ ਕਮ ਫਸਟ ਸਿਸਟਮ ਵਾਲਾ ਹੋਏਗਾ? ਦੇਖੋ, ਫਸਟ ਕਮ ਫਸਟ ਸਰਵਿਸ ਹੋਗੀ ਜੀ ਤਰਨ ਜੀ, ਬਿਕੋਜ਼ ਬੈਕਲੌਗ ਇਹਨਾਂ ਇਮੀਗ੍ਰੇਸ਼ਨ ਕੋਲੇ ਹੋ ਚੁੱਕਿਆ ਹੈਗਾ ਕਿ ਇੰਨੀ ਪ੍ਰਾਇੋਰਟੀ ਦੇਣੀਆਂ ਸ਼ਾਇਦ ਟਫ ਹੋ ਜਾਣਗੀਆਂ, ਬਿਕੋਜ਼ ਇਮੀਗ੍ਰੇਸ਼ਨ ਨੇ ਆਪਣੀਆਂ ਪ੍ਰਾਇੋਰਟੀਆਂ ਆਲਰੇਡੀ ਸੈੱਟ ਕਰਤੀਆਂ ਨੇ ਕਿ ਵੀ
ਸਪਾਊਸਲ ਜਿਹੜੇ ਸਪਾਂਸਰਸ਼ਿਪ ਆ ਉਹ ਪ੍ਰਾਇੋਰਟੀ ਹੈਗੀ ਆ, ਤੇ ਇਸ ਤੋਂ ਬਿਨਾਂ ਐਸੈਂਸ਼ੀਅਲ ਜਿਹੜੇ ਵਰਕਰਸ ਨੇ ਉਹ ਪ੍ਰਾਇੋਰਟੀ ਹੈਗੀ ਆ। ਸੋ ਪ੍ਰਾਇੋਰਟੀਆਂ ਕਿਤੇ ਨਾ ਕਿਤੇ ਸੈੱਟ ਕਰ ਦਿੱਤੀਆਂ ਗਈਆਂ ਨੇ ਇਮੀਗ੍ਰੇਸ਼ਨ। ਜੀ ਬਿਲਕੁਲ, ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਇਸ ਵਕਤ ਲਾਈਵ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਚੱਲ ਰਿਹਾ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਵਰਲਡ ਗੇਟਵੇ ਇਮੀਗ੍ਰੇਸ਼ਨ ਤੋਂ ਮਿਸਟਰ ਜ਼ੋਰਾ ਕੈਂਥ ਜੁੜੇ ਹੋਏ ਨੇ। ਤੁਸੀਂ ਇਹਨਾਂ ਨੂੰ ਕੋਈ ਵੀ ਸਵਾਲ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਪੁੱਛ ਸਕਦੇ ਹੋ। ਸਰ, ਅਸੀਂ ਗੱਲ ਕਰ ਰਹੇ ਸੀ ਪੋਸਟ ਗ੍ਰੈਡ ਵਰਕ ਪਰਮਿਟ ਦੇ ਬਾਰੇ ਵਿੱਚ। ਤੁਸੀਂ ਕਾਲਜਸ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਸੀ ਕਿ ਪ੍ਰਾਈਵੇਟ ਕਾਲਜ ਵਾਲੇ ਕੀ ਸਟੂਡੈਂਟਸ ਪੋਸਟ ਗ੍ਰੈਡ ਵਰਕ ਪਰਮਿਟ ਲਈ ਐਲੀਜੀਬਲ ਹੋ ਸਕਦੇ ਨੇ? ਤਰਨ ਜੀ, ਇਸ ਤਰ੍ਹਾਂ ਕਿ ਵੀ ਪ੍ਰਾਈਵੇਟ ਕਾਲਜਸ ਨੇ, ਦੇਖੋ ਕਾਲਜਸ ਸਾਰੇ ਵੀ ਜਿਹੜੇ ਵੀ ਬੱਚੇ ਨੂੰ ਇੰਟਰਨੈਸ਼ਨਲ ਬੱਚੇ ਨੂੰ ਲੈਂਦੇ ਨੇ ਉਹ DLI ਹੁੰਦੇ ਨੇ, ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਨੰਬਰ ਉਹਨਾਂ ਕੋਲੇ ਹੁੰਦਾ। ਬਟ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸਾਰੇ ਪ੍ਰਾਈਵੇਟ ਸਕੂਲ ਕੁਆਲੀਫਾਈ ਨਹੀਂ ਕਰਦੇ। ਓਨਲੀ ਕੁਬੈਕ ਦੇ ਵਿੱਚ, ਮੌਂਟਰੀਅਲ ਦੇ ਵਿੱਚ ਇਹ ਆਪਸ਼ਨ ਹੈਗਾ, ਜੇ 900 ਆਵਰਸ ਕਰਦੇ ਨੇ ਪ੍ਰਾਈਵੇਟ ਸਕੂਲ ਤੋਂ, ਤਾਂ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ। ਬਟ ਔਨ ਦੀ ਅਦਰ ਹੈਂਡ ਸਾਈਡ, ਜੇ ਕੋਈ ਅੰਟਾਰੀਓ ਤੋਂ ਬੱਚਾ ਮੈਨੂੰ ਸੁਣ ਰਿਹਾ, BC ਤੋਂ ਸੁਣ ਰਿਹਾ, ਜਾਂ ਮੈਨੀਟੋਬਾ ਤੋਂ ਸੁਣ ਰਿਹਾ, ਜਾਂ ਕਿਸੇ ਹੋਰ ਪ੍ਰੋਵਿੰਸ ਤੋਂ, ਉੱਥੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹ ਕੇ, ਸਪੈਸ਼ਲੀ ਮੈਨੀਟੋਬਾ ਦੇ ਵਿੱਚ ਮੈਂ ਕਿਸੇ ਕਾਲਜ ਦਾ ਨਾਮ ਵੀ ਲੈਣਾ ਚਾਹੁੰਦਾ, ICM ਹੈਗਾ, ਇੰਟਰਨੈਸ਼ਨਲ ਕਾਲਜ ਆਫ ਮੈਨੀਟੋਬਾ। ਕਈ ਵਾਰ ਬੱਚੇ ਇੰਡੀਆ ਤੋਂ ਆਉਂਦੇ ਨੇ, ਉਹ ਇਹ ਇੰਪ੍ਰੈਸ਼ਨ ਹੁੰਦਾ ਉਹਨਾਂ ਨੂੰ ਕਿ ਵੀ ਉਹ ਯੂਨੀਵਰਸਿਟੀ ਆਫ ਮੈਨੀਟੋਬਾ 'ਚ ਪੜ੍ਹਨ ਆ ਰਹੇ ਨੇ। ਬਟ ਲੈਟ ਮੀ ਟੈਲ them frankly ਕਿ ਵੀ ICM ਇਟਸੈਲਫ ਇੱਕ ਪ੍ਰਾਈਵੇਟ ਇੰਸਟੀਚਿਊਟ ਹੈਗਾ, ਉਹਦਾ ਕੋਲੈਬੋਰੇਸ਼ਨ ਜ਼ਰੂਰ ਹੈਗਾ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਨਾਲ। ਬਟ ਤੁਸੀਂ ਜਦੋਂ ਉੱਥੋਂ ਪੜ੍ਹਦੇ ਹੋ, ਯੂ ਆਰ ਨਾਟ ਇੰਟਾਈਟਲ ਫॉर ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਦ ਤੱਕ ਤੁਸੀਂ ਬੈਚਲਰ ਡਿਗਰੀ ਯੂਨੀਵਰਸਿਟੀ ਆਫ ਮੈਨੀਟੋਬਾ ਤੋਂ ਨਹੀਂ ਕਰ ਲੈਂਦੇ। ਜੀ ਜ਼ੋਰਾ ਜੀ, ਮੈਂ ਤੁਹਾਨੂੰ ਇੱਥੇ ਇੱਕ ਸਵਾਲ ਇਹ ਜ਼ਰੂਰ ਪੁੱਛਣਾ ਚਾਹੂੰਗੀ। ਜਿਵੇਂ ਤੁਸੀਂ ਦੱਸਿਆ ਕਿ ਜਦ ਤੱਕ ਸਟੂਡੈਂਟ ਜਦੋਂ ਆਪਣੀ ਸਟੱਡੀ ਖਤਮ ਕਰਦਾ ਉਸ ਤੋਂ ਬਾਅਦ ਉਹਨੂੰ ਪੋਸਟ ਗ੍ਰੈਡ ਵਰਕ ਪਰਮਿਟ ਨਹੀਂ ਮਿਲਦਾ, ਟਿਲ ਦੈਟ ਟਾਈਮ ਉਹਦਾ ਸਟੇਟਸ ਫਿਰ ਕੀ ਹੁੰਦਾ ਆ? ਕੀ ਉਹਦਾ ਸਟੇਟਸ ਹੋਏਗਾ? ਤੇ ਜੇ ਉਹ ਕੰਮ ਕਰਨ ਲਈ ਐਲੀਜੀਬਲ ਨਹੀਂ ਹੈਗਾ ਤਾਂ ਤੁਸੀਂ ਆਲਰੇਡੀ ਦੱਸਿਆ ਕਿ ਕਈ ਫਾਈਲਸ ਅਜਿਹੀਆਂ ਨੇ ਜਿਨ੍ਹਾਂ ਨੂੰ 6 ਮਹੀਨੇ ਤੋਂ ਸਾਲ ਤੱਕ ਦਾ ਵੀ ਸਮਾਂ ਲੱਗਿਆ ਆ। ਅਜਿਹੇ ਸਮੇਂ ਵਿੱਚ ਫਿਰ ਕੀ ਕੀਤਾ ਜਾਵੇ ਕਿ ਉਹਨਾਂ ਦੇ ਕੋਲ ਪੂਰਾ ਰਾਈਟ ਹੈਗਾ ਕਿ ਆਪਣੀ ਫਾਈਲ ਦੇ ਬਾਰੇ ਵਿੱਚ ਜਾਣ ਸਕਣ, ਕਿੱਥੇ ਪ੍ਰੋਸੈਸ ਚੱਲ ਰਿਹਾ ਵਾ ਤੇ ਕਿੱਥੇ ਫਾਈਲ ਉਹਨਾਂ ਦੀ ਅਟਕੀ ਪਈ ਹੈ? ਬਿਲਕੁਲ ਜੀ, ਤਰਨ ਜੀ, ਉਹਨਾਂ ਕੋਲ ਡੈਫੀਨਿਟਲੀ ਰਾਈਟ ਹੈਗਾ ਐਪਲੀਕੇਸ਼ਨ ਜਿਹੜੀ ਉਹਨਾਂ ਨੇ ਲਗਾਈ ਹੈਗੀ ਆ। ਬਟ ਦੇ ਜਸਟ ਵਾਂਟ ਟੂ, ਉਹਨਾਂ ਨੂੰ ਆਪਣੇ ਆਪ ਨੂੰ ਪਹਿਲਾਂ ਵੈਰੀਫਾਈ ਕਰ ਲੈਣਾ ਚਾਹੀਦਾ ਕਿ ਉਦੋਂ ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਕਿ ਉਹ ਆਪਣਾ ਐਲੀਜੀਬਿਲਿਟੀ ਕ੍ਰਾਈਟੇਰੀਆ ਜਿਹੜਾ ਆਪਾਂ ਡਿਸਕਸ ਕਰਕੇ ਹਟੇ ਆ ਕਿ ਉਹ ਕਰਦੇ ਸੀ। ਜੇ ਕਰਦੇ ਹੈਗੇ ਨੇ ਤੇ ਦੇਰ ਆਰ ਕਈ ਆਪਸ਼ਨ ਹੁੰਦੇ ਨੇ, ਜਿੱਦਾਂ ਤੁਸੀਂ ਇਨਕੁਆਇਰੀ ਕਰ ਸਕਦੇ ਹੋ, ਕਾਲ ਸੈਂਟਰ ਨੂੰ ਕਰ ਸਕਦੇ ਹੋ, ਤੁਸੀਂ ਆਪਣੇ ਲੋਕਲ ਮੈਂਬਰ ਆਫ ਪਾਰਲੀਮੈਂਟ ਨੂੰ ਕੰਟੈਕਟ ਕਰ ਸਕਦੇ ਹੋ, ਤੇ ਕਈ ਜਾਂ ਤੁਸੀਂ ਆਪਣੇ GCMS ਨੋਟਸ, ਜਿਹਨੂੰ ਕੈਪਸ ਨੋਟ ਕਹਿੰਦੇ ਨੇ, ਉਹ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਸਮ ਟਾਈਮ ਤਰਨ ਜੀ, ਇਹ ਸਾਰੀ ਚੀਜ਼ਾਂ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਆਨਸਰ ਨਹੀਂ ਮਿਲਦਾ। ਠੀਕ ਹੈ ਜੀ, ਤੇ ਉਦਾਂ ਦੇ ਜਿਹੜੇ ਵੀ ਕੋਈ ਸਰੋਤੇ ਤੁਹਾਡੇ ਮੈਨੂੰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਸਟਰੋਂਗਲੀ ਰਿਕਮੈਂਡ ਕਰਦਾ ਕਿ ਸਾਡੇ ਟੋਰਾਂਟੋ ਆਫਿਸ ਦੇ ਵਿੱਚ 416-278 448-449 ਤੇ ਸਾਡੇ ਵਿਨਿਪੈਗ ਆਫਿਸ ਦੇ ਵਿੱਚ 224-295-449 ਸਾਨੂੰ ਕੰਟੈਕਟ ਕਰ ਲਓ, ਐਂਡ ਵੀ ਵਿਲ ਸੀ ਦ ਬੈਸਟ, ਵੀ ਵਿਲ ਸੀ ਕਿ ਵੀ ਅਸੀਂ ਤੁਹਾਡਾ ਬੈਸਟ ਤਰੀਕੇ ਨਾਲ ਕਿੱਦਾਂ ਤੁਹਾਡੀ ਜਿਹੜੀ ਪ੍ਰੋਬਲਮ ਉਹਨੂੰ ਸਮਝ ਕੇ ਤੁਹਾਨੂੰ ਇੱਕ ਸੋਲੂਸ਼ਨ ਪ੍ਰੋਵਾਈਡ ਕੀਤਾ ਜਾਵੇ ਜਿਹਦੇ ਨਾਲ ਤੁਹਾਨੂੰ ਵਰਕ ਪਰਮਿਟ ਮਿਲ ਜਾਵੇ। ਜੀ, ਕੁਝ ਕੇਸਿਸ ਅਜਿਹੇ ਵੀ ਹੁੰਦੇ ਨੇ, ਜਿਵੇਂ ਕਿ ਅਸੀਂ ਕਹਿ ਦਈਏ ਕਿ ਪੋਸਟ ਗ੍ਰੈਡ ਵਰਕ ਪਰਮਿਟ ਲਈ ਅਪਲਾਈ ਕਰਨਾ, ਉਹਨਾਂ ਦਾ 2 ਜਾਂ 3 ਸਾਲ ਦੀ ਐਲੀਜੀਬਿਲਿਟੀ ਬਣਦੀ ਆ ਕਿ ਉਹਨਾਂ ਨੂੰ ਉਹਨਾਂ ਵਰਕ ਪਰਮਿਟ ਮਿਲ ਸਕਦਾ। ਬਟ ਸਮ ਰੀਜ਼ਨਸ ਉਹਨਾਂ ਦਾ ਪਾਸਪੋਰਟ ਸਾਲ ਦਾ ਰਹਿ ਜਾਂਦਾ। ਫਿਰ ਅਜਿਹੇ ਵਿੱਚ ਜੇਕਰ ਉਹਨਾਂ ਨੂੰ ਸਾਲ ਦਾ ਪੋਸਟ ਗ੍ਰੈਡ ਵਰਕ ਪਰਮਿਟ ਮਿਲਦਾ, ਨੈਕਸਟ ਟਾਈਮ ਜੇ ਉਹ ਉਸ ਨੂੰ ਰੀਨਿਊ ਕਰਵਾਉਂਦੇ ਨੇ, ਉਹਦੇ ਵਿੱਚ ਕੀ ਕੋਈ ਪ੍ਰੋਬਲਮ ਉਹਨਾਂ ਨੂੰ ਫੇਸ ਕਰਨੀ ਪੈ ਸਕਦੀ ਹੈ? ਜਾਂ ਇੱਕ ਵਾਰੀ ਜਿੰਨਾ ਤੁਹਾਨੂੰ ਵਰਕ ਪਰਮਿਟ ਉਹਨਾਂ ਨੇ ਇਸ਼ੂ ਕਰ ਦਿੱਤਾ, ਤੁਹਾਨੂੰ ਓਨਾ ਹੀ ਵਰਕ ਪਰਮਿਟ ਮਿਲੇਗਾ, ਇਸ ਤੋਂ ਅੱਗੇ ਇਸ ਨੂੰ ਨਹੀਂ ਐਕਸਟੈਂਡ ਕੀਤਾ ਜਾ ਸਕਦਾ? ਤਰਨ ਜੀ, ਬਹੁਤ ਸੋਹਣਾ ਸਵਾਲ ਪੁੱਛਿਆ। ਉਹਦੇ ਵਿੱਚ ਇਸ ਤਰ੍ਹਾਂ ਜੀ ਕਿ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਜਿਹੜੀ ਨੇਚਰ ਆ ਉਹ ਇਹ ਆ ਕਿ ਵੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਇਜ਼ ਵਨ ਟਾਈਮ ਲਾਈਫ ਦੇ ਵਿੱਚ ਵਨ ਟਾਈਮ ਓਪਰਚੁਨਿਟੀ ਹੈਗੀ ਹੈ ਤੁਹਾਡੇ ਕੋਲ। ਤੁਸੀਂ 1 ਸਾਲ ਦੀ ਸਟੱਡੀ ਕਰੀ, ਤੁਹਾਨੂੰ 1 ਸਾਲ ਦਾ ਵਰਕ ਪਰਮਿਟ ਮਿਲ ਗਿਆ। 2 ਸਾਲ ਦੀ ਸਟੱਡੀ ਜਾਂ ਇਸ ਤੋਂ ਜ਼ਿਆਦਾ ਕੀਤੀ, ਕੁਬੈਕ ਦੇ ਕੇਸ ਦੇ ਵਿੱਚ 1800 ਘੰਟੇ ਕੀਤਾ, ਤਾਂ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਗਿਆ। ਠੀਕ ਹੈ ਜੀ। ਪਰ ਜਿਹੜਾ ਤੁਸੀਂ ਪਰਟੀਕੁਲਰ ਕੇਸ ਦੀ ਗੱਲ ਕਰ ਰਹੇ ਹੋ ਕਿ ਪਾਸਪੋਰਟ ਘੱਟ ਹੋਣ ਕਰਕੇ ਵਰਕ ਪਰਮਿਟ ਘੱਟ ਮਿਲਿਆ, ਉਸ ਕੇਸਿਸ ਦੇ ਵਿੱਚ ਇਮੀਗ੍ਰੇਸ਼ਨ ਆਫਿਸਰ ਕੀ ਕਰਦਾ, ਅਕੋਰਡਿੰਗ ਟੂ ਆਪਰੇਸ਼ਨ ਪਲੇਟਨ, ਉਹਦੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਅੰਡਰ ਰਿਮਾਰਕਸ ਦੇ ਵਿੱਚ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਰਿਮਾਰਕਸ ਦੇ ਵਿੱਚ ਵੈਰੀ ਬਾਟਮ ਤੇ ਹੁੰਦਾ, ਜੇ ਬੱਚੇ ਉਹਨੂੰ ਦੇਖਣ ਤਾਂ ਉਹਦੇ ਵਿੱਚ ਲਿਖਦੇ ਨੇ ਕਿ ਵੀ ਇਹ ਜਿਹੜਾ ਵਰਕ ਪਰਮਿਟ ਹੈਗਾ ਅਪ ਟੂ ਦਾ ਪਾਸਪੋਰਟ ਐਕਸਪਾਇਰੀ ਦਿੱਤਾ ਗਿਆ, ਇਸ ਤੋਂ ਬਾਅਦ ਫਰਦਰ ਜਿਹੜੀ ਐਕਸਟੈਂਸ਼ਨ ਆ ਉਹ ਅਪਲਾਈ ਕਰ ਸਕਦੇ ਨੇ, ਬਟ ਵਿਦ ਦ ਨਿਊ ਪਾਸਪੋਰਟ। ਜੀ ਬਿਲਕੁਲ ਸਰ, ਮੈਂ ਪੋਸਟ ਗ੍ਰੈਡ ਵਰਕ ਪਰਮਿਟ ਤੋਂ ਬਾਅਦ ਹੁਣ ਇੱਕ ਹੋਰ ਜਿਹੜਾ ਟੌਪਿਕ ਟੱਚ ਕਰਨਾ ਚਾਹੂੰਗੀ, ਕਿਉਂਕਿ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਤੇ ਇੱਥੇ ਸਾਨੂੰ ਕਈ ਵਾਰੀ ਸਵਾਲ ਵੀ ਆਉਂਦੇ ਨੇ। ਸਵਾਲ ਇਹ ਹੈ ਕਿ ਜਿਹੜੇ ਵੀਜ਼ਾ ਐਕਸੈਂਪਟ ਕੰਟਰੀਜ਼ ਹੁੰਦੀਆਂ ਨੇ, ਜੇਕਰ ਉੱਥੋਂ ਦੇ ਲੋਕ ਕਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਆ ਸਕਦੇ ਨੇ, ਵਰਕ ਪਰਮਿਟ ਦੇ ਆਧਾਰ ਤੇ ਜਾਂ ਫਿਰ PR ਦੇ ਆਧਾਰ ਤੇ? ਕੀ ਕੋਈ ਇਹੋ ਜਿਹਾ ਕੋਈ ਕੈਟੇਗਰੀ ਹੈ ਜਾਂ ਕੋਈ ਇਹੋ ਜਿਹਾ ਸਿਸਟਮ ਹੈ ਕਿ ਉਹ ਇਸ ਤਰੀਕੇ ਨਾਲ ਇੱਥੇ ਆ ਸਕਣ? ਜੀ ਤਰਨ ਜੀ, ਜਿਹੜੀ ਵੀਜ਼ਾ ਐਗਜ਼ੈਂਪਟ ਕੰਟਰੀਜ਼ ਨੇ ਜੀ, ਉਹਨਾਂ ਤੋਂ
ਆਮ ਤੌਰ ਤੇ ਸਾਨੂੰ ਬਹੁਤ ਇਨਕੁਆਇਰੀ ਆਉਂਦੀਆਂ ਨੇ, ਜਿੱਦਾਂ ਇਟਲੀ ਤੋਂ ਬਹੁਤ ਇਨਕੁਆਇਰੀਜ਼ ਆਉਂਦੀਆਂ ਨੇ, ਸਪੇਨ ਤੋਂ ਆਉਂਦੀਆਂ ਨੇ, ਇੰਗਲੈਂਡ ਤੋਂ ਆਉਂਦੀਆਂ ਨੇ, ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਆਪਣੀ ਕਮਿਊਨਿਟੀ ਕਾਫੀ ਆ, ਉੱਥੋਂ ਬਹੁਤ ਇਨਕੁਆਇਰੀਜ਼ ਆਉਂਦੀਆਂ ਨੇ ਕਿ ਸਰ ਮੈਂ ਉੱਥੇ ਇਹ ਕੰਮ ਕਰ ਰਿਹਾ, ਕਿ ਮੈਨੂੰ LMIA ਲੈ ਕੇ ਮੈਂ ਉੱਥੇ ਵਰਕ ਪਰਮਿਟ ਅਪਲਾਈ ਕਰਾਂ। ਤਾਂ ਮੈਂ ਉਹਨਾਂ ਸਾਰੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਵੀ ਤੁਹਾਨੂੰ ਹਰੇਕ ਕੇਸ ਦੇ ਵਿੱਚ LMIA ਦੀ ਜ਼ਰੂਰਤ ਨਹੀਂ ਹੁੰਦੀ। ਓਕੇ, ਠੀਕ ਹੈ ਜੀ। ਤੁਹਾਡੀ ਏਜ 21 to 35 ਆ, 21 ਸਾਲ ਤੋਂ ਲੈ ਕੇ 35 ਸਾਲ ਤੱਕ ਤੁਸੀਂ ਹੈਗੇ ਹੋ, ਤੁਹਾਡੀ ਏਜ ਹੈ। ਤੇ ਇੱਕ ਫੰਡ ਸੀ 2000 ਜਾਂ 2000 ਤੋਂ 2025 $2500 ਦੀ ਰਿਕੁਆਇਰਮੈਂਟ ਹੈਗੀ, ਜਿਹੜਾ ਤੁਸੀਂ ਸ਼ੋਅ ਕਰਨਾ ਹੁੰਦਾ। ਉਹਦੇ ਬੇਸਿਸ ਤੇ ਤੁਸੀਂ ਓਪਨ ਵਰਕ ਪਰਮਿਟ ਲੈ ਸਕਦੇ ਹੋ ਤਰਨ ਜੀ। ਠੀਕ ਹੈ ਜੀ। ਬੇਸਡ ਔਨ ਉਹ ਓਪਨ ਵਰਕ ਪਰਮਿਟ ਜੀ ਕਈ ਵਾਰ 6 ਮਹੀਨੇ ਦਾ ਮਿਲਦਾ, ਔਰ ਕਈ ਕੇਸਾਂ ਦੇ ਵਿੱਚ 1 ਸਾਲ ਦਾ ਮਿਲਦਾ, ਡਿਪੈਂਡ ਕਰਦਾ ਕਿਹੜੀ ਨੈਸ਼ਨੈਲਿਟੀ ਤੋਂ ਆਪਾਂ ਅਪਲਾਈ ਕਰ ਰਹੇ ਹਾਂ, ਉਹ ਵਰਕਿੰਗ ਹੌਲੀਡੇ ਵੀਜ਼ੇ 'ਚ ਆਪਾਂ ਅਪਲਾਈ ਕਰ ਰਹੇ ਹਾਂ ਜਾਂ ਕਿਸੇ ਹੋਰ। ਤੇ ਉੱਦਾਂ ਦੇ ਜਿਹੜੇ ਵੀ ਕੋਈ ਵੀ ਮੇਰੇ ਤੁਹਾਡੇ ਪ੍ਰੋਗਰਾਮ ਦੇ ਸੁਣ ਰਹੇ ਆ, ਮੈਂ ਉਹਨਾਂ ਨੂੰ ਸਟਰੋਂਗਲੀ ਰਿਕਮੈਂਡ ਕਰਦਾ ਕਿ ਵੀ ਉਹ 21 to 35 ਹੈਗੇ ਨੇ ਤੇ ਵੀਜ਼ਾ ਐਗਜ਼ੈਂਪਟ ਕੰਟਰੀ, ਫॉर ਐਗਜ਼ਾਮਪਲ ਆਸਟ੍ਰੇਲੀਆ, ਨਿਊਜ਼ੀਲੈਂਡ, ਬੈਲਜੀਅਮ, ਇੰਗਲੈਂਡ, ਆਇਰਲੈਂਡ, ਨਾਰਵੇ, ਸਵੀਡਨ, ਸਪੇਨ ਜਾਂ ਇਟਲੀ ਇੱਥੇ ਬੈਠੇ ਨੇ, ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ ਤੇ ਅਸੀਂ ਅੰਡਰ IEC ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਉਹਨਾਂ ਦਾ ਇੱਕ ਪੂਲ ਆਦਾ, ਉਹਦੇ ਵਿੱਚ ਪਾ ਕੇ ਉਹਨੂੰ ਵਰਕ ਪਰਮਿਟ ਦਿਲਾ ਸਕਦੇ ਹੋ। ਤੇ ਵਰਕ ਪਰਮਿਟ ਤੋਂ ਬਾਅਦ ਜੇ ਉਹ ਮੈਰਿਡ ਨੇ, ਦੇ ਬੱਚੇ ਨੇ, ਫੈਮਿਲੀ ਆ ਪੂਰੀ, ਤਾਂ ਇਹ ਕਰ ਸਕਦੇ ਨੇ ਕਿ ਜਦੋਂ ਉਹ ਇੱਥੇ ਕੈਨੇਡਾ ਦੇ ਵਿੱਚ ਆ ਗਏ ਤਾਂ ਉਸ ਤੋਂ ਬਾਅਦ ਉਹ ਆਪਣੀ ਸਪਾਊਸ ਨੂੰ ਤੇ ਬੱਚਿਆਂ ਨੂੰ ਵੀ ਬੁਲਾ ਸਕਦੇ ਨੇ, ਡਿਪੈਂਡ ਕਰਦਾ ਕਿ ਉਹਨਾਂ ਦਾ ਜੌਬ ਦਾ ਟਾਈਟਲ ਕੀ ਹੋਊਗਾ। ਉਹਦੇ ਨਾਲ ਕੀ ਹੋਣਾ ਕਰਨ ਜੀ ਕਿ ਵੀ ਜਦੋਂ ਪੂਰੀ ਫੈਮਿਲੀ ਇੱਥੇ ਆ ਗਈ ਜਾਂ ਕੋਈ ਸਿੰਗਲ ਇੰਡੀਵਿਜੂਅਲ ਆ ਗਿਆ, ਤੇ ਅਸੀਂ ਉਹਨਾਂ ਨੂੰ ਕਰਨ ਜੀ ਰਿਕਮੈਂਡ ਕਰਦੇ ਹਾਂ ਕਿ ਵੀ ਉਹ ਮੈਨੀਟੋਬਾ ਆ ਜਾਣ ਤੇ ਜਾਂ ਸਸਕੈਚੁਅਨ ਆ ਜਾਣ। ਜੀ ਉੱਥੇ ਕੀ ਆ, ਸਾਡੇ ਦੋ ਜਿਹੜੇ ਪ੍ਰੋਗਰਾਮ ਨੇ ਜੀ, ਉੱਥੇ ਇਹ ਹੈ ਕਿ ਜੇ ਤੁਸੀਂ 6 ਮੰਥਸ ਦੀ EMPLOYMENT ਕਰਦੇ ਹੋ ਜੀ, ਆਪਾਂ ਐਟ ਮਿਨੀਮਮ ਵੀ ਆਪਾਂ ਤਰਨ ਜੀ ਡਿਸਕਸ ਕਰ ਲਈਏ, ਜੇ ਵਰਕ ਪਰਮਿਟ ਮਿਲੇ ਹੀ 6 ਮਹੀਨੇ ਦਾ, 6 ਮਹੀਨਿਆਂ ਦੇ ਉੱਪਰ 6 ਮਹੀਨੇ ਹੀ ਕੰਮ ਕਰਨਾ। ਬਿਲਕੁਲ ਠੀਕ ਹੈ ਜੀ। ਕਈ ਕਲਾਇੰਟ ਕਹਿੰਦੇ ਨੇ ਇਹ ਪੋਸੀਬਲ ਕਿੱਦਾਂ ਜੀ? ਇਟ ਇਜ਼ ਪੋਸੀਬਲ, ਕਿਉਂਕਿ ਜਦੋਂ ਤੁਹਾਡੇ 6 ਮਹੀਨੇ ਕੰਪਲੀਟ ਹੋਣ ਤੋਂ ਲੈਟਸ ਸੇ 5-4 ਦਿਨ ਤੁਹਾਡੇ ਪਹਿਲਾਂ ਰਹਿੰਦੇ ਨੇ, ਅਸੀਂ ਐਪਲੀਕੇਸ਼ਨ ਲਗਾ ਸਕਦੇ ਹਾਂ ਵਿਦ ਕਲੀਅਰਲੀ ਸਟੇਟਿੰਗ ਕਿ ਵੀ ਜਿਹੜੀ ਮੈਂ ਐਪਲੀਕੇਸ਼ਨ ਮੈਂ ਵਰਕ ਪਰਮਿਟ ਐਕਸਟੈਂਸ਼ਨ ਦੀ ਐਪਲੀਕੇਸ਼ਨ ਲਗਾ ਰਿਹਾ ਬੇਸਡ ਔਨ ਦ ਟੈਂਸ਼ਨ ਕਿ ਵੀ ਮੈਂ ਅੱਗੇ ਜਾ ਕੇ ਪ੍ਰੋਵਿੰਸ਼ੀਅਲ ਨੋਮਨੀ ਅਪਲਾਈ ਕਰਨੀ ਹੈਗੀ ਹੈ। ਓਕੇ, ਉਹਦੇ ਨਾਲ ਤਰਨ ਜੀ ਜਿਹੜਾ ਉਹਨਾਂ ਦਾ ਸਟੇਟਸ ਆ, ਜਦੋਂ ਅਸੀਂ ਐਪਲੀਕੇਸ਼ਨ ਲਗਾ ਦਿੰਦੇ ਉਹ ਇੰਪਲਾਈਡ ਹੋ ਜਾਂਦਾ। ਇੰਪਲਾਈਡ ਸਟੇਟਸ ਡੈਫੀਨੇਸ਼ਨ ਉਹ ਇਹ ਹੈਗੀ ਕਿ ਜਦੋਂ ਤੱਕ ਤੁਹਾਡੀ ਜਿਹੜੀ ਐਪਲੀਕੇਸ਼ਨ ਲੱਗੀ ਹੋਈ ਹੈ, ਜਦ ਤੱਕ ਉਹਦਾ ਡਿਸੀਜਨ ਨਹੀਂ ਆਉਂਦਾ, ਤੁਸੀਂ ਕੈਨੇਡਾ ਦੇ ਵਿੱਚ ਜਿਹੜੀ ਵੀ ਤੁਸੀਂ ਕੁਝ ਕਰ ਰਹੇ ਸੀ, ਜੇ ਤੁਸੀਂ ਵਰਕ ਪਰਮਿਟ ਤੇ ਸੀ, ਤੁਸੀਂ ਕੀਪ ਕੰਟੀਨਿਊਸ ਸੇਮ ਕੰਡੀਸ਼ਨ ਦੇ ਉੱਪਰ ਕੰਮ ਕਰ ਸਕਦੇ ਜੀ। ਠੀਕ ਹੈ ਜੀ। ਸੋ ਟੈਕਨੀਕਲੀ ਤਰਨ ਜੀ ਉਹਦੇ ਨਾਲ ਕੀ ਹੁੰਦਾ ਕਿ 3 ਮਹੀਨੇ ਘੱਟ ਤੋਂ ਘੱਟ, ਜ਼ਿਆਦਾ 6 ਮਹੀਨੇ, 3 ਤੋਂ 6 ਮਹੀਨੇ ਦਾ ਟਾਈਮ ਹੋਰ ਮਿਲ ਜਾਂਦਾ ਜੀ ਉਸ ਇੰਡੀਵਿਜੂਅਲ ਨੂੰ ਆਪਣੀ ਨੋਮੀਨੇਸ਼ਨ ਅਪਲਾਈ ਕਰਨ ਦੇ ਵਿੱਚ, ਨੋਮੀਨੇਸ਼ਨ ਆਉਣ ਦੇ ਵਿੱਚ। ਤੇ ਉਸ ਤੋਂ ਬਾਅਦ ਜਦੋਂ ਅੰਪਲਾਇਰ ਲੈਟਸ ਸੇ ਉਹਦੇ ਨਾਲ ਅੰਪਲਾਇਰ ਨੂੰ ਉਹਦੀ ਜੌਬ ਪਸੰਦ ਹੈਗੀ ਆ, ਅੰਪਲਾਇਰ ਨੂੰ LMIA ਵੀ ਨਹੀਂ ਕਰਾਉਣ ਦੀ ਜ਼ਰੂਰਤ ਪੈਂਦੀ। ਠੀਕ ਹੈ ਜੀ। ਅੰਪਲਾਇਰ ਨੇ ਇੱਕ ਅੰਪਲਾਇਰ ਕੰਪਲਾਇੰਸ ਫੀਸ ਹੁੰਦੀ ਹੈ, ਠੀਕ ਹੈ ਜੀ, ਉਹ ਪੇ ਕਰਨੀ ਹੁੰਦੀ ਹੈ, ਵਿੱਚ ਅੰਪਲਾਇਰ ਕੰਪਲਾਇੰਸ ਫੀਸ $230 ਹੁੰਦੀ ਹੈ। $230 ਜਦੋਂ ਪੇ ਕਰਦਾ ਅੰਪਲਾਇਰ, ਤਾਂ ਇੱਕ LMIA ਐਗਜ਼ੈਂਪਟ ਨੰਬਰ ਕੋਡ ਜਨਰੇਟ ਹੋ ਜਾਂਦਾ, ਉਹ ਸਟਾਰਟ ਕਰਦਾ A0 ਤੋਂ ਜੀ। ਉਹਦੇ ਬੇਸਿਸ ਤੇ ਜਿਹੜਾ ਉਹ ਇੰਡੀਵਿਜੂਅਲ ਅੱਗੇ ਆਪਣਾ ਵਰਕ ਪਰਮਿਟ 2 ਸਾਲ ਲਈ ਐਕਸਟੈਂਡ ਕਰ ਸਕਦਾ ਹੈ। ਤੇ ਬੇਸਡ ਔਨ ਦੈਟ 2 ਇਅਰਸ, ਤੇ ਉਸ ਤੋਂ ਬਾਅਦ ਜਦੋਂ ਨੋਮੀਨੇਸ਼ਨ ਆ ਜਾਂਦੀ ਹੈ, ਐਪਲੀਕੇਸ਼ਨ ਅੱਗੇ PR ਲਈ ਚਲੀ ਜਾਂਦੀ ਹੈ, ਪੇਪਰ ਬੇਸਡ ਆ ਜਾਂ ਐਕਸਪ੍ਰੈਸ ਐਂਟਰੀ ਦੇ ਥਰੂ ਚਲੀ ਜਾਂਦੀ ਹੈ, ਤਾਂ ਦੈਟ 6 ਮੰਥਸ ਆਫ ਪੀਰੀਅਡ। ਤੁਸੀਂ ਇਹਦੇ ਵਿੱਚ 2 ਪ੍ਰੋਵਿੰਸਸ ਦਾ ਖਾਸ ਤੌਰ ਤੇ ਜ਼ਿਕਰ ਕੀਤਾ, ਇੱਕ ਤੁਸੀਂ ਕਿਹਾ ਮੈਨੀਟੋਬਾ ਤੇ ਦੂਜਾ ਸਸਕੈਚੁਅਨ। ਕੀ ਇੱਥੇ ਆ ਕੇ PNP ਲਈ ਅਪਲਾਈ ਕਰਨਾ, ਜਿਵੇਂ ਤੁਸੀਂ ਪੂਰਾ ਪ੍ਰੋਸੈਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ, ਇੱਥੇ ਆ ਕੇ ਅਪਲਾਈ ਕਰਨਾ ਜ਼ਿਆਦਾ ਈਜ਼ੀ ਵੇ ਹੋਏਗਾ ਇੱਥੇ PR ਲੈਣ ਦਾ? ਬਿਲਕੁਲ ਤਰਨ ਜੀ, ਅੱਜ ਕੱਲ੍ਹ ਜਿੱਦੇ ਵੀ ਪ੍ਰੋਵਿੰਸ ਨੇ, ਚਾਹੇ ਮੈਨੀਟੋਬਾ ਦੀ ਗੱਲ ਕਰੀਏ, ਸਸਕੈਚੁਅਨ ਦੀ ਗੱਲ ਕਰੀਏ, ਜਾਂ ਆਪਾਂ ਕਿਸੇ ਹੋਰ ਪ੍ਰੋਵਿੰਸ ਦੀ ਪਾਇਲਟ ਪ੍ਰੋਗਰਾਮ ਨੇ, ਜਿੱਦਾਂ ਅਟਲਾਂਟਿਕ ਦੇ ਵਿੱਚ ਹੈਗਾ ਗਾ ਰੂਰਲ ਨਾਰਥਰਨ ਪਾਇਲਟ ਪ੍ਰੋਜੈਕਟ ਹੈਗਾ, ਸਾਰੀਆਂ ਕਿਤੇ ਨਾ ਕਿਤੇ ਜਿਹੜੇ ਪ੍ਰੋਵਿੰਸ ਨੇ ਜੀ, ਇਹ ਟਾਰਗੇਟ ਇਹ ਕਰ ਰਹੇ ਨੇ ਵੀ ਜਿਹੜੀ ਇਹਨਾਂ ਨੂੰ ਇਮੀਡੀਏਟ ਜਿਹੜੀ ਲੇਬਰ ਦੀ ਸ਼ਾਰਟੇਜ ਹੋਈ ਆ। ਹੈਲੋ, ਇਹਦੇ ਬਾਰੇ ਗੱਲ ਕਰਾਂਗੇ ਜੀ। ਇੱਕ ਦਰਸ਼ਕ ਜੁੜ ਗਏ ਨੇ, ਪਹਿਲਾਂ ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਇੱਥੋਂ ਐਡਮਿੰਟਨ ਤੋਂ ਬੋਲ ਰਹੀ ਹਾਂ ਜੀ। ਜੀ ਦੱਸੋ ਜੀ, ਕੀ ਸਵਾਲ ਹੈ? ਮੇਰਾ ਇਹ ਸਵਾਲ ਸੀਗਾ ਜੀ, ਮੇਰੇ ਕੋਲ ਕੈਨੇਡੀਅਨ ਪਾਸਪੋਰਟ ਆ, ਤੇ ਇੰਡੀਆ ਜਾਣਾ ਹੋਵੇ ਤਾਂ ਉਹਨਾਂ ਨੇ ਮਤਲਬ ਉੱਥੋਂ ਕੈਂਸਲ ਕਰ ਦਿੱਤੇ ਹੋਏ ਜਿਹੜੇ 10 ਸਾਲ ਦੇ ਮਲਟੀਪਲ ਵੀਜ਼ੇ ਸੀਗੇ। ਇਹ ਜੀ ਜਿਹੜਾ ਤੁਸੀਂ ਇਸ ਵਕਤ ਸਵਾਲ ਪੁੱਛ ਰਹੇ ਹੋ, ਅਸੀਂ ਅੱਜ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ। ਇੰਡੀਆ ਜਾਣ ਦੇ ਬਾਰੇ ਵਿੱਚ ਅੱਜ ਅਜੇ ਗੱਲ ਨਹੀਂ ਕਰ ਰਹੇ। ਮੈਂ ਫਿਰ ਵੀ ਪੁੱਛ ਸਕਦੀ ਹਾਂ ਜ਼ੋਰਾ ਕੈਨ ਜੀ ਨੂੰ
ਤੁਸੀਂ ਜ਼ੋਰਾ ਜੀ ਇਸ ਦੇ ਬਾਰੇ ਵਿੱਚ ਕੋਈ ਜਾਣਕਾਰੀ ਦੇ ਸਕਦੇ ਹੋ ਜਾਂ ਫਿਰ ਆਪਾਂ ਇਹਨਾਂ ਨੂੰ ਕਹੀਏ ਕਿ ਸਾਨੂੰ ਨੈਕਸਟ ਡੇ ਕਾਲ ਕਰਨ ਇਸ ਦੇ ਬਾਰੇ ਵਿੱਚ? ਤਰਨ ਜੀ ਮੈਂ ਪ੍ਰੈਫਰ ਕਰੂੰਗਾ ਕਿਉਂਕਿ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ। ਜੀ ਅਸੀਂ ਆਪਣੇ ਦਰਸ਼ਕ ਨੂੰ ਕਵਾਂਗੇ ਮੈਮ ਤੁਸੀਂ ਕੱਲ ਨੂੰ ਸਾਡੇ ਨਾਲ ਜੁੜੇ ਹੋ। ਅਸੀਂ ਇੰਡੀਅਨ ਕੌਂਸੂਲੇਟ ਅਪੂਰਵਾ ਸ਼੍ਰੀਵਾਸਤਵ ਦੇ ਨਾਲ ਗੱਲ ਕਰਾਂਗੇ ਤੇ ਤੁਹਾਡੇ ਵਰਗੇ ਸਾਰੇ ਅਸੀਂ ਸਵਾਲ ਉਹਨਾਂ ਨਾਲ ਵਿਚਾਰਾਂਗੇ। ਸੋ ਅੱਜ ਪ੍ਰੋਗਰਾਮ 'ਚ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੱਲ ਨੂੰ ਅਸੀਂ ਇੰਡੀਅਨ ਕੌਂਸੂਲੇਟ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵ ਨਾਲ ਗੱਲ ਕਰਾਂਗੇ ਤੇ ਉਹਨਾਂ ਦੇ ਅੱਗੇ ਤੁਹਾਡੀ ਜਿਹੜੀ ਆ ਜ਼ਰੂਰ ਇਹ ਕੁਐਸਚਨ ਪੁੱਟ ਕਰਾਂਗੇ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ, ਆਪਾਂ ਗੱਲ ਕਰ ਰਹੇ ਸੀ ਲੇਬਰ ਸ਼ਾਰਟੇਜ ਦੀ ਕਿ ਇੱਕ ਪ੍ਰੋਵਿੰਸਸ ਦੇ ਵਿੱਚ ਜਿਹੜੀ ਲੇਬਰ ਸ਼ਾਰਟੇਜ ਹੈ ਇਹਨੂੰ ਠੀਕ ਕਰਨ ਲਈ, ਘਟਾਉਣ ਲਈ ਜਿਹੜੇ ਆ ਇਹਨਾਂ ਨੇ ਥੋੜ੍ਹਾ ਇਮੀਗ੍ਰੇਸ਼ਨ ਪ੍ਰੋਸੈਸਸ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਇੱਦਾਂ ਕੀਤੇ ਤਰਨ ਜੀ ਕਿ ਵੀ ਯੂਜ਼ ਟੂ ਵੀ ਜਿਹੜੇ ਸਾਰੇ ਪ੍ਰੋਵਿੰਸਸ ਦੀ ਸਸਕੈਚੁਅਨ ਜਾਂ ਕੋਈ ਹੋਰ ਪ੍ਰੋਵਿੰਸਸ ਮੈਨੀਟੋਬਾ ਜਾਂ ਅਟਲਾਂਟਿਕ ਇਹ ਰਿਲਾਈ ਕਰਦੇ ਸੀ ਕਿ ਕਿਤੇ ਨਾ ਕਿਤੇ ਬਾਹਰੋਂ ਇੰਡੀਵਿਜੂਅਲਸ ਆਉਣ, ਬਾਹਰੋਂ ਇਮੀਗ੍ਰੈਂਟ ਆਉਣ ਤਾਂ ਜਿਹੜੀ ਉਹਨਾਂ ਦੀ ਜਿਹੜੀ ਲੇਬਰ ਦੀ ਸ਼ਾਰਟੇਜ ਆ ਉਹ ਪੂਰੀ ਹੋਵੇ। ਬਟ ਕੋਵਿਡ ਨੇ ਕਿਤੇ ਨਾ ਕਿਤੇ ਸਾਰਾ ਇੱਕ ਸਿਸਟਮ ਹਿਲਾ ਦਿੱਤਾ ਹੈਗਾ। ਹੁਣ ਕਿਤੇ ਨਾ ਕਿਤੇ ਇਹਨਾਂ ਨੇ ਆਪਣੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਚੇਂਜ ਕੀਤੀਆਂ ਨੇ। ਹੁਣ ਕਿਤੇ ਨਾ ਕਿਤੇ ਇਹ ਹੈਗਾ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਆਲਰੇਡੀ ਹੈਗੇ ਹੋ ਤੇ ਤੁਹਾਡਾ ਉਸ ਪ੍ਰੋਵਿੰਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕਨੈਕਸ਼ਨਸ ਹੈਗੇ ਨੇ, ਕਨੈਕਸ਼ਨ ਇਨ ਦਾ ਟਰਮਸ ਤੁਸੀਂ ਉੱਥੇ ਕੋਈ ਸਟੱਡੀ ਕੀਤੀ ਹੈਗੀ ਆ, ਤੁਸੀਂ ਉੱਥੇ 6 ਮਹੀਨੇ ਤੋਂ ਕੋਈ ਕੰਮ ਕਰ ਰਹੇ ਹੋ ਜਾਂ ਤੁਹਾਡਾ ਕੋਈ ਰਿਲੇਟਿਵ ਹੈਗਾ ਤਾਂ ਬੇਸਡ ਔਨ ਸੈਵਰਲ ਅਦਰ ਮਤਲਬ ਫੈਕਟਰ ਦੇ ਬੇਸਿਸ ਤੇ ਤੁਸੀਂ ਉੱਥੋਂ ਦੀ ਨੋਮੀਨੇਸ਼ਨ ਲੈ ਸਕਦੇ ਤੇ ਨੋਮੀਨੇਸ਼ਨ ਨੂੰ ਤੁਸੀਂ ਅੱਗੇ ਜਾ ਕੇ ਤੁਸੀਂ ਆਪਣੀ ਐਕਸਪ੍ਰੈਸ ਐਂਟਰੀ ਦੇ ਨਾਲ ਅਲਾਈਨ ਵੀ ਕਰ ਸਕਦੇ ਹੋ ਜਾਂ ਫਿਰ ਸਿੱਧੀ ਜਾ ਕੇ ਤੁਸੀਂ ਪੇਪਰ ਬੇਸ ਐਪਲੀਕੇਸ਼ਨ ਜਿਹੜੀ ਆਮ ਤੌਰ ਤੇ ਨੋਵਾ ਸਕੋਸ਼ੀਆ ਨੂੰ ਜਾਂਦੀ ਹੈ ਤੁਸੀਂ ਉਹਦੇ ਵਿੱਚ ਵੀ ਪੀਆਰ ਦੀ ਐਪਲੀਕੇਸ਼ਨ ਫਾਈਲ ਕਰ ਸਕਦੇ। ਸਰ ਇਹ ਤਾਂ ਤੁਸੀਂ ਵੀਜ਼ਾ ਐਗਜ਼ੈਂਪਟ ਕੰਟਰੀਜ਼ ਦੀ ਗੱਲ ਕਰ ਲਈ, ਜਿਹੜੀਆਂ ਇਹ ਕੰਟਰੀਜ਼ ਜਿਹੜੀਆਂ ਇਹਦੇ ਅੰਡਰ ਨਹੀਂ ਆਉਂਦੀਆਂ, ਜਿਵੇਂ ਇੰਡੀਆ ਦੀ ਗੱਲ ਕਰ ਲਈਏ ਜਾਂ ਕੋਈ ਹੋਰ ਏਸ਼ੀਅਨ ਕੰਟਰੀਜ਼ ਦੀ ਗੱਲ ਕਰ ਲਈਏ, ਕਿ ਉਹਨਾਂ ਲਈ ਵੀ ਕੋਈ ਇਹੋ ਜਿਹਾ ਵੇ ਹੈ ਕਿ ਉਹ ਕੈਨੇਡਾ ਦੇ ਵਿੱਚ ਪੀਆਰ ਜਾਂ ਫਿਰ ਵਰਕ ਪਰਮਿਟ ਬੇਸਿਸ ਦੇ ਉੱਤੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਇੱਥੇ ਆ ਸਕਦੇ ਨੇ? ਦੇਖੋ ਤਰਨ ਜੀ, ਸਪੈਸ਼ਲੀ ਇੰਡੀਆ ਦੇ ਵਿੱਚ ਸਪੈਸ਼ਲੀ ਹੁਣ ਜਿੱਦਾਂ ਫਾਰਮ ਦੀ ਐਜੀਟੇਸ਼ਨ ਹੋ ਰਹੀ ਆ, ਪੂਰਾ ਇੰਡੀਆ ਕਾਈਂਡ ਆਫ ਡਿਸਟਰਬ ਹੈਗਾ, ਸਾਰਾ ਦਿੱਲੀ ਤੇ ਕੌਂਸੂਲੇਟ ਹੈਗਾ ਗਾ। ਪਹਿਲਾਂ ਤਾਂ ਮੈਂ ਉਹਨਾਂ ਨੂੰ ਆਪਣੇ ਵੱਲੋਂ ਵੈਸੇ ਵਿਸ਼ੇਸ਼ ਦਿੰਦਾ ਕਿ ਵੀ ਫਾਰਮਰਸ ਦਾ ਆਪਣਾ ਰਾਈਟ ਹੈਗਾ ਗਾ ਤੇ ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਤੇ ਉਹਨਾਂ ਦੇ ਜਿਹੜੇ ਰਾਈਟ ਨੇ ਉਹਨਾਂ ਨੂੰ ਮਿਲਣੇ ਚਾਹੀਦੇ ਨੇ ਤੇ ਉਹ ਸਰਕਾਰ ਦਾ ਉਹ ਗਲਤ ਹੈਗੇ ਨੇ ਸਟੈਪਸ ਤੇ ਕਿਤੇ ਨਾ ਕਿਤੇ ਫਾਰਮਰਸ ਨੂੰ ਜੋ ਉਹਨਾਂ ਦੀ ਜਸਟੀਫਿਕੇਸ਼ਨ ਆ ਮਿਲਣੀ ਚਾਹੀਦੀ ਹੈ। ਪੁਆਇੰਟ ਤੇ ਆ ਰਿਹਾ ਜੀ ਕਿ ਜਦੋਂ ਇੰਡੀਆ ਤੋਂ ਕੋਈ ਇਮੀਗ੍ਰੇਸ਼ਨ ਅਪਲਾਈ ਕਰਨਾ ਚਾਹੁੰਦਾ ਜੀ ਉਹਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਕੈਟਾਗਰੀਜ਼ ਨੇ ਜਿਹਦੇ ਉੱਪਰ ਅਪਲਾਈ ਕੀਤਾ ਜਾ ਸਕਦਾ। ਫੋਰ ਐਗਜ਼ਾਮਪਲ ਜੇ ਕੋਈ ਬਿਜ਼ਨਸ ਪਰਸਨ ਹੈਗਾ ਜੀ, ਇਨਵੈਸਟ ਕਰਨਾ ਚਾਹੁੰਦਾ ਤੇ ਉਹ ਅਪਲਾਈ ਕਰ ਸਕਦਾ ਐਜ਼ ਲੌਂਗ ਐਜ਼ ਉਹਦੇ ਕੋਲ $150,000 ਜਿਹੜਾ ਅਪਰੋਕਸੀਮੇਟਲੀ 75 ਲੱਖ ਰੁਪਏ ਇੰਡੀਆ ਦੇ ਵਿੱਚ ਬਣਿਆ। ਜੇ ਉਹ ਉਹਨੇ ਸ਼ੋਅ ਕਰ ਸਕਦੇ ਨੇ ਤੇ ਤੇ ਬਾਕੀ ਇਨਵੈਸਟ ਕਰ ਸਕਦੇ ਨੇ $150,000 350 ਸ਼ੋਅ ਕਰਨਾ ਹੈਗਾ, $150,000 ਇਨਵੈਸਟ ਕਰਨਾ ਹੈਗਾ। ਜੋ ਇਨਵੈਸਟ ਕਰ ਸਕਦੇ ਨੇ ਦੈਨ देयर इज ਮੈਨੀ ਆਪਸ਼ਨਸ। ਮੈਨੀਟੋਬਾ 'ਚ ਵੀ ਆਪਸ਼ਨ ਹੈਗੇ ਨੇ, ਯੂਕੌਨ ਦੇ ਵਿੱਚ ਵੀ ਹੈਗੇ ਨੇ ਔਰ ਕਾਫੀ ਹੋਰ ਪ੍ਰੋਵਿੰਸ ਤੇ ਟੈਰੀਟਰੀ ਦੇ ਵਿੱਚ ਆਪਸ਼ਨਸ ਹੈਗੇ ਨੇ ਜਿਹਦੇ ਵਿੱਚ ਉਹ ਇਨਵੈਸਟ ਕਰਕੇ ਆ ਸਕਦੇ ਨੇ। ਤੇ ਜਿਹੜੀ ਇਨਵੈਸਟਮੈਂਟ ਜੀ ਨਹੀਂ ਤੁਸੀਂ ਆਪਣੀ ਗੱਲ ਕੰਪਲੀਟ ਨਹੀਂ ਸਰ ਤੁਸੀਂ ਆਪਣੀ ਗੱਲ ਕੰਪਲੀਟ ਕਰੋ ਫਿਰ ਮੈਂ ਨੈਕਸਟ ਕੁਐਸਚਨ ਪੁੱਛਦੀ ਹਾਂ ਤੁਹਾਨੂੰ। ਜੀ ਤਰਨ ਜੀ, ਇਹਦੇ ਵਿੱਚ ਬਿਜ਼ਨਸ ਦੇ ਵਿੱਚ ਹੀ ਇੱਕ ਹੋਰ ਆਪਸ਼ਨ ਆਉਂਦਾ ਹੈਗਾ। ਕੋਈ ਇੰਡੀਵਿਜੂਅਲ ਕਹਿੰਦਾ ਯੂ ਨੋ ਬਟ ਆਈ ਬੀਨ ਟੂ ਮੈਨੀ ਕੰਟਰੀਜ਼, ਮੈਂ ਸਟੇਟ ਵੀ ਗਿਆ ਹੋਇਆ, ਕੈਨੇਡਾ ਦਾ ਮੇਰੇ ਕੋਲ ਵੀਜ਼ਾ ਹੈਗਾ, ਮੇਰੀ ਫੈਮਿਲੀ ਨੇ ਵੀ ਟਰੈਵਲ ਕੀਤਾ ਹੈਗਾ। ਮੈਂ ਇਨਵੈਸਟ ਨਹੀਂ ਕਰਨਾ ਚਾਹੁੰਦਾ ਬਟ ਆਈ ਸਟਿਲ ਲਾਈਕ ਟੂ ਡੂ ਅ ਬਿਜ਼ਨਸ ਇਨ ਕੈਨੇਡਾ। ਠੀਕ ਹੈ ਜੀ, ਉਹਦੇ ਵਿੱਚ ਵੀ ਆਪਸ਼ਨ ਨੇ ਤਰਨ ਜੀ। ਉਹ ਆਪਣਾ ਸੈਲਫ ਇੰਪਲਾਇਡ ਓਨਰ ਆਪਰੇਟਰ ਇੱਕ LMIA ਹੁੰਦੀ ਹੈ ਕਿ ਰਾਦਰ ਦੈਨ ਤੁਸੀਂ ਇੱਥੇ ਬਿਜ਼ਨਸ ਪਰਸਨ ਦੇ ਤੌਰ ਤੇ ਆ ਗਏ ਤੇ ਤੁਸੀਂ ਕਿਸੇ ਕੋਲੋਂ LMIA ਲੈ ਕੇ ਉਹਦੇ ਅੰਡਰ ਕੰਮ ਕਰੋ, ਕਿਉਂਕਿ ਜਿਹੜਾ ਬੰਦਾ ਇੰਟਰਪ੍ਰੈਨਿਓਰਸ ਹੁੰਦੇ ਨੇ ਜੀ, ਬਿਜ਼ਨਸ ਵਾਲੇ ਮਾਈਂਡ ਸੈਟਅਪ ਵਾਲੇ ਹੁੰਦੇ ਨੇ, ਉਹਨਾਂ ਕੋਲੇ ਕਿਸੇ ਦੇ ਨੀਚੇ ਕੰਮ ਕਰਨਾ ਬੜਾ ਟਫ ਹੋ ਜਾਂਦਾ ਕਿਉਂਕਿ ਬਹੁਤ ਸਾਲਾਂ ਤੋਂ 10 ਸਾਲਾਂ ਤੋਂ 15 ਸਾਲਾਂ ਤੋਂ ਡਿਪੈਂਡ ਕਰਦਾ ਉਹਨਾਂ ਦੀ ਏਜ ਤੇ, ਬਹੁਤ ਸਾਲਾਂ ਤੋਂ ਆਪਣਾ ਬਿਜ਼ਨਸ ਕਰਦੇ ਹੁੰਦੇ ਨੇ। ਸੋ ਉਹਨਾਂ ਲੋਕਾਂ ਲਈ ਇਹ ਓਪਰਚੁਨਿਟੀ ਹੈਗੀ ਆ ਕਿ ਰਾਦਰ ਦੈਨ ਤੁਸੀਂ ਕਿਸੇ ਕੋਲੇ ਇੱਥੇ LMIA ਲੈ ਕੇ ਵਰਕ ਪਰਮਿਟ ਲਵੋ, ਤੁਸੀਂ ਆਪਣੀ ਓਨਰ ਆਪਰੇਟਰ LMIA ਅਪਲਾਈ ਕਰਕੇ ਆਪਣਾ ਬਿਜ਼ਨਸ ਪਲਾਨ ਸਬਮਿਟ ਕਰਕੇ ਸਰਵਿਸ ਕੈਨੇਡਾ ਨੂੰ ਤੁਸੀਂ ਇਹ ਸ਼ੋਅ ਕਰ ਸਕਦੇ ਹੋ ਕਿ ਵੀ ਤੁਸੀਂ ਇੱਥੇ ਇਕਨੋਮੀ ਦੇ ਵਿੱਚ ਇਨਵੈਸਟ ਕਰ ਰਹੇ ਹੋ, ਇੱਥੇ ਤੁਸੀਂ ਜੌਬ ਕ੍ਰੀਏਟ ਕਰੋਗੇ। ਤੇ ਕੋਵਿਡ ਦੇ ਵਿੱਚ ਇਹ ਕਾਫੀ ਇੰਪੋਰਟੈਂਟ ਆ ਜੇ ਜੌਬ ਕ੍ਰੀਏਸ਼ਨ ਹੁੰਦੀ ਹੈ ਕੈਨੇਡਾ ਦੇ ਵਿੱਚ ਤੇ ਕੈਨੇਡਾ ਗਵਰਨਮੈਂਟ ਤੇ ਆਲ ਪ੍ਰੋਵਿੰਸਸ ਸਾਰੇ ਇਹਨੂੰ ਐਪਰੀਸ਼ੀਏਟ ਕਰਦੇ। ਇਹ ਜਿਹੜਾ ਤੁਸੀਂ ਇਸ ਵਕਤ ਗੱਲ ਕਰ ਰਹੇ ਹੋ ਸੈਲਫ ਇੰਪਲੋਇਡ ਦੀ ਗੱਲ ਕਰ ਲਓ ਜਾਂ ਫਿਰ ਤੁਸੀਂ ਕਿਹਾ ਕਿ ਬਿਜ਼ਨਸ ਪਰਪਸ ਦੀ ਗੱਲ ਕਰ ਲਵੋ, ਇਹਦੇ ਵਿੱਚ ਫਿਰ ਕੀ ਫੈਮਿਲੀ ਦੇ ਨਾਲ ਇਮੀਗ੍ਰੇਸ਼ਨ ਪੂਰੀ ਮਿਲਦੀ ਹੈ ਜਾਂ ਫਿਰ ਪਹਿਲਾਂ ਇੱਕ ਇੰਡੀਵਿਜੂਅਲ ਖੁਦ ਆਉਂਦਾ ਉਸ ਤੋਂ ਬਾਅਦ ਫੈਮਿਲੀ ਲਈ ਅਪਲਾਈ ਕਰਨਾ ਪੈਂਦਾ? ਤਰਨ ਜੀ, ਇਹਦੇ ਵਿੱਚ ਇਸ ਤਰ੍ਹਾਂ ਕਿ ਵੀ ਪੂਰੀ ਫੈਮਿਲੀ ਦੀ ਇਮੀਗ੍ਰੇਸ਼ਨ ਹੁੰਦੀ ਹੈ। ਜੇ ਆਪਾਂ ਮੈਨੀਟੋਬਾ ਦੇ ਪਰਟੀਕੂਲਰ ਕੇਸ ਦੀ ਗੱਲ ਕਰ ਲਈਏ, ਇਹਦੇ ਵਿੱਚ ਕੀ ਹੁੰਦਾ ਕਿ ਵੀ ਪਹਿਲਾਂ ਇਨੀਸ਼ੀਅਲ ਸਟੇਜ ਤੇ ਵਰਕ ਪਰਮਿਟ ਇਸ਼ੂ ਹੁੰਦੇ ਨੇ। ਵਰਕ ਪਰਮਿਟ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਨੂੰ ਵੀ ਮਿਲਦਾ, ਓਪਨ ਵਰਕ ਪਰਮਿਟ ਹੁੰਦਾ ਤੇ ਸਪਾਊਸ ਨੂੰ ਵੀ ਮਿਲਦਾ ਓਪਨ ਵਰਕ ਪਰਮਿਟ, ਤੇ ਬੱਚਾ ਜੇ ਸਟੱਡੀ ਦੀ ਏਜ 'ਚ ਤਾਂ ਸਟੱਡੀ ਪਰਮਿਟ ਮਿਲਦਾ।
ਤੇ ਉਹਨਾਂ ਨੂੰ 2 ਸਾਲ ਤੱਕ ਤੇ ਵਰਕ ਪਰਮਿਟ ਇਸ਼ੂ ਹੁੰਦੇ ਨੇ, ਪਲੱਸ ਬੱਚੇ ਨੂੰ ਸਟੱਡੀ ਪਰਮਿਟ ਮਿਲਦਾ ਐਜ਼ ਆਈ ਸੈਡ। ਤੇ ਉਹਨਾਂ ਤੇ ਕੰਡੀਸ਼ਨ ਇਹ ਹੁੰਦੀ ਹੈ ਤਰਨ ਜੀ ਕਿ ਵੀ ਜਿਹੜਾ ਤੁਸੀਂ ਬਿਜ਼ਨਸ ਪਲਾਨ ਦੇ ਵਿੱਚ ਸ਼ੋਅ ਕਰਕੇ ਆਏ ਸੀ ਕਿ ਤੁਹਾਡੀ ਇਹ ਅਟੈਂਸ਼ਨ ਹੈਗੀ ਆ, ਤੁਸੀਂ ਬੇਸਡ ਔਨ ਦੈਟ ਵਰਕ ਪਰਮਿਟ ਤੁਸੀਂ ਇਨਵੈਸਟ ਕਰ ਲਓ ਮੈਨੀਟੋਬਾ ਵਿੱਚ। ਜਦੋਂ ਤੁਸੀਂ ਇਨਵੈਸਟ ਕਰ ਲੈਂਦੇ ਹੋ ਤੇ ਤੁਹਾਡੇ ਤੇ ਕੰਡੀਸ਼ਨ ਇਹ ਹੈ ਕਿ ਤੁਸੀਂ ਇੱਕ ਜਾਣੇ ਨੂੰ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨੂੰ ਤੁਸੀਂ ਜੌਬ ਦੇਣੀ ਹੈਗੀ ਆ, ਬਟ ਉਹ ਤੁਹਾਡੀ ਫੈਮਿਲੀ ਦੇ ਸਰਕਲ ਤੋਂ ਬਾਹਰ ਹੋ ਜਾਏ। ਠੀਕ ਹੈ ਜੀ। ਜਦੋਂ ਤੁਸੀਂ ਇਹ ਸਾਰੀਆਂ ਰਿਕੁਆਇਰਮੈਂਟਸ ਮੀਟ ਕਰ ਲਈਆਂ ਤਾਂ ਮੈਨੀਟੋਬਾ ਪੀਐਨਪੀ ਦੇ ਕੋਈ ਅਫੀਸ਼ੀਅਲਸ ਉੱਥੇ ਜਾਂਦੇ ਨੇ, ਚੈੱਕ ਕਰਦੇ ਨੇ, ਫਾਈਨੈਂਸ਼ੀਅਲ ਦੇਖਦੇ ਨੇ, ਐਵਰੀਥਿੰਗ ਦੇਖਦੇ ਨੇ। ਜੇ ਸਾਰਾ ਕੁਝ ਉਹਨਾਂ ਨੂੰ ਠੀਕ ਲੱਗਦਾ, ਅਕੋਰਡਿੰਗ ਟੂ ਬਿਜ਼ਨਸ ਪਲਾਨ ਲੱਗਦਾ, ਤਾਂ ਨੋਮੀਨੇਸ਼ਨ ਇਸ਼ੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲੱਗ ਜਾਂਦੀ ਹੈ। ਤੇ ਸੋ ਬਾਟਮ ਲਾਈਨ ਇਹ ਹੈ ਕਿ ਵੀ ਤੁਸੀਂ ਬਿਨਾਂ ਇੱਥੇ ਆਏ, ਇੱਥੇ ਆ ਕੇ ਵਰਕ ਪਰਮਿਟ ਲੈ ਕੇ ਆਪਣਾ ਬਿਜ਼ਨਸ ਸਟਾਰਟ ਕਰ ਲਿਆ, ਤੁਹਾਨੂੰ ਬਿਨਾਂ ਕੰਟਰੀ ਛੱਡੇ ਤੁਹਾਡੀ ਪੀਆਰਬੀਐਨ ਪ੍ਰੋਸੈਸ ਹੋ ਗਈ ਤੇ ਐਂਡ ਆਫ ਦਾ ਡੇ ਜਿਹੜੀ ਐਸਟੈਬਲਿਸ਼ਮੈਂਟ ਲਈ ਤੁਹਾਨੂੰ ਇਨੀਸ਼ੀਅਲ ਪੀਰੀਅਡ ਚਾਹੀਦਾ ਸੀ ਕਿ ਤੁਸੀਂ ਬਿਜ਼ਨਸ ਤੇ ਇਕਨੋਮੀ ਨੂੰ ਸਮਝ ਸਕੋ, ਕਿੱਦਾਂ ਦਾ ਬਿਜ਼ਨਸ ਕਰਨਾ ਉਹਨੂੰ ਸਮਝ ਸਕੋ, ਕਿਉਂਕਿ ਬਿਜ਼ਨਸਮੈਨ ਨੂੰ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਜਾ ਕੇ ਬਿਜ਼ਨਸ ਕਰਨ ਦੇ ਲਈ ਉਹਨੂੰ ਚਾਹੀਦੀ ਹੈ, ਉਹਨੂੰ ਸਪੋਰਟ ਚਾਹੀਦੀ ਹੈ। ਉਹ ਸਾਰੀਆਂ ਜਿਹੜੀਆਂ ਜਿਹੜੇ ਇੱਥੇ ਜਿੱਦਾਂ ਮੈਨੀਟੋਬਾ ਦੇ ਆਪਾਂ ਗੱਲ ਕਰ ਲਈਏ ਤੇ ਕੈਨੇਡਾ ਮੈਨੀਟੋਬਾ ਬਿਜ਼ਨਸ ਸਰਵਿਸ ਸੈਂਟਰ ਹੈਗਾ ਗਾ, ਤੇ ਉਹ ਸਪੋਰਟ ਕਰਦੇ ਨੇ ਕਿ ਵੀ ਤੁਸੀਂ ਜੇ ਤੇ ਬਿਜ਼ਨਸ ਸਟਾਰਟ ਕਰਨਾ ਉਹਦੀਆਂ ਕੀ ਰਿਕੁਆਇਰਮੈਂਟਸ ਨੇ, ਕਿੱਦਾਂ ਤੁਸੀਂ ਟੈਕਸਸ ਕਿੱਦਾਂ ਡੀਲ ਕਰਨੇ ਨੇ, ਅਕਾਊਂਟਿੰਗ ਕਿੱਦਾਂ ਡੀਲ ਕਰਨਾ ਹੈਗਾ ਗਾ, ਲਾਜ਼ ਕੀ ਨੇ, ਉਹ ਸਾਰਾ ਕੁਝ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈਗਾ। ਇੱਕ ਦਿਨ ਦੀ ਫ੍ਰੀ ਆਫ ਕਾਸਟ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਤੇ ਇਸ ਤੋਂ ਬਿਨਾਂ ਮੈਨੀਟੋਬਾ ਸਟਾਰਟ ਹੈਗਾ ਹਰੇਕ ਪ੍ਰੋਵਿੰਸ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਜਿਹੜੇ ਫੈਡਰਲ ਗਵਰਨਮੈਂਟ ਵੱਲੋਂ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਫੰਡਡ ਨੇ ਉਹ ਚਲਾਏ ਜਾਂਦੇ ਨੇ, ਤਾਂ ਕਿ ਆਈਡੀਆ ਇਹ ਹੈਗਾ ਵੀ ਜਿਹੜਾ ਵੀ ਇੱਥੇ ਇਨਵੈਸਟਰ ਆਉਣਾ ਚਾਹੁੰਦਾ ਉਹਨੂੰ ਫੁੱਲ ਨੌਲੇਜ ਹੋਵੇ ਵੀ ਉਹ ਕਿਸ ਚੀਜ਼ 'ਚ ਇਨਵੈਸਟਮੈਂਟ ਕਰ ਰਿਹਾ, ਤੇ ਉਹਨੂੰ ਫੁੱਲ ਗਾਈਡੈਂਸ ਦਿੱਤੀ ਜਾਂਦੀ ਹੈ ਤਾਂ ਕਰਕੇ ਵੀ ਉਹ ਬਿਜ਼ਨਸ ਦੇ ਵਿੱਚ ਸਕਸੈਸਫੁਲ ਹੋਵੇ। ਜੇ ਉਹ ਪਰਟੀਕੂਲਰ ਬੰਦਾ ਬਿਜ਼ਨਸ ਦੇ ਵਿੱਚ ਸਕਸੈਸਫੁਲ ਹੁੰਦਾ ਕਿਸੇ ਵੀ ਪ੍ਰੋਵਿੰਸ ਦੇ ਵਿੱਚ, ਤਾਂ ਡੈਫੀਨਿਟਲੀ ਉਸ ਪ੍ਰੋਵਿੰਸ ਨੂੰ ਫਾਈਨੈਂਸ਼ੀਅਲੀ ਇਕਨੋਮਿਕਲੀ ਬੈਨੀਫਿਟ ਹੁੰਦਾ। ਤੁਸੀਂ ਇੱਥੇ ਮੈਨੀਟੋਬਾ ਦੀ ਗੱਲ ਕੀਤੀ ਹੈ ਤਾਂ ਸੁਣਨ ਦੇ ਵਿੱਚ ਹੈ ਕਿ ਮੈਨੀਟੋਬਾ ਦੇ ਪੀਐਨਪੀ ਜਿਹੜੇ ਆ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਵਰਕ ਪਰਮਿਟ ਹੋਲਡਰਸ ਦੇ ਲਈ ਕੁਝ ਨਵੀਆਂ ਚੀਜ਼ਾਂ, ਰੂਲਸ ਨਵੇਂ ਚੇਂਜ ਹੋਏ ਨੇ ਉਹਨਾਂ ਦੇ। ਜੀ ਤਰਨ ਜੀ, ਮੈਨੀਟੋਬਾ ਵਿੱਚ ਮੈਂ ਰੂਲ ਤੋਂ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਪ੍ਰੋਗਰਾਮ ਬਾਰੇ ਦੱਸੂੰਗਾ। ਮੈਨੀਟੋਬਾ ਦੇ ਵਿੱਚ ਜੇ ਕੋਈ ਬੱਚਾ ਮੈਂ ਸਰ ਇਹਦੀ ਸ਼ੁਰੂਆਤ ਕਰਾਂਗੀ, ਮੈਂ ਇਸ ਦੇ ਬਾਰੇ ਵਿੱਚ ਪੁੱਛਾਂਗੀ। ਪਹਿਲਾਂ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਮੇਰਾ ਹੈਲੋ, ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਵੈਨਕੂਵਰ ਤੋਂ ਬੋਲ ਰਹੇ ਹਾਂ ਜੀ। ਦੱਸੋ ਜੀ, ਕੀ ਸਵਾਲ ਹੈ? ਮੇਰਾ ਕੁਐਸਚਨ ਸੀਗਾ, ਮੇਰਾ ਬ੍ਰਦਰ ਆਇਆ ਹੋਇਆ 2 ਸਾਲ ਤੋਂ ਇੰਡੀਆ ਤੋਂ, ਤੇ ਉਹਦੇ ਨਾਲ ਫੈਮਿਲੀ ਆ, 4 ਜਣੇ ਆ ਉਹ, ਤੇ ਉਹਨਾਂ ਨੇ ਲੇਬਰ 'ਚ ਅਪਲਾਈ ਕੀਤਾ ਸੀਗਾ, ਫਾਰਮ ਲੇਬਰ 'ਚ 2 ਸਾਲ ਕੰਮ ਕੀਤਾ। ਹੁਣ ਉਹਨਾਂ ਦੀ LMI ਵਰਕ ਪਰਮਿਟ ਜਿੱਦਾਂ ਲਾਸਟ ਮੰਥ ਫਿਨਿਸ਼ ਹੋ ਗਿਆ ਤੇ ਉਹਨਾਂ ਦੇ ਪੁਆਇੰਟ ਨਹੀਂ ਬਣ ਰਹੇ, ਜਿੱਦਾਂ ਸੁਪਰਵਾਈਜ਼ਰ ਲਈ, ਸਕਿਲਡ ਵਰਕਰ ਲਈ। ਕੋਈ ਸੁਜੈਸ਼ਨ ਹੈਗਾ ਤਾਂ ਕੀ ਕਰ ਸਕਦੇ ਆ ਉਹ, ਉਹਨਾਂ ਨੂੰ ਵਾਪਸ ਜਾਣਾ ਪੈਣਾ? 1 ਮਿੰਟ ਲਈ ਹੋਲਡ ਕਰਿਓ ਜੀ ਤੁਸੀਂ। ਤੁਹਾਨੂੰ ਜ਼ੋਰਾ ਜੀ ਇਹਨਾਂ ਦਾ ਸਵਾਲ ਸੁਣ ਗਿਆ ਜਾਂ ਮੈਂ ਰਿਪੀਟ ਕਰਾਂ? ਤਰਨ ਜੀ, ਸਵਾਲ ਸੁਣ ਗਿਆ, ਪਰ ਮੇਰਾ ਇੱਕ ਫਰਦਰ ਕੁਐਸਚਨ ਹੈ ਇਹਨਾਂ ਲਈ ਕਿ ਜਿਨ੍ਹਾਂ ਨੇ ਫਾਰਮ ਵਰਕਰ ਦਾ ਵਰਕ ਪਰਮਿਟ ਲਿਆ ਸੀ ਉਹਨਾਂ ਦੀ ਐਜੂਕੇਸ਼ਨ ਕੀ ਹੈ ਤੇ ਉਹਨਾਂ ਦੀ ਸਪਾਊਸ ਦੀ ਐਜੂਕੇਸ਼ਨ ਕੀ ਹੈ, ਉਹਨਾਂ ਦੀ ਏਜ ਕੀ ਹੈ? ਬਿਲਕੁਲ ਮੈਮ, ਜ਼ੋਰਾ ਜੀ ਤੁਹਾਨੂੰ ਇੱਕ ਸਵਾਲ ਪੁੱਛ ਰਹੇ ਨੇ ਕਿ ਜਿਨ੍ਹਾਂ ਦੀ ਤੁਸੀਂ ਆਪਣੇ ਬ੍ਰਦਰ ਦੀ ਗੱਲ ਕਰ ਰਹੇ ਹੋ, ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੈ, ਉਹਨਾਂ ਦੀ ਸਪਾਊਸ ਦੀ ਕੁਆਲੀਫਿਕੇਸ਼ਨ ਕੀ ਹੈ ਤੇ ਇਹਨਾਂ ਦੀ ਦੋਵਾਂ ਦੀ ਏਜ ਕੀ ਹੈ? ਉਹ ਦੋਨੇ 12 ਪਾਸ ਨੇ ਇੰਡੀਆ ਤੋਂ, ਤੇ ਬ੍ਰਦਰ ਦੀ ਮੇਰੀ 35 ਆ ਐਂਡ ਸਿਸਟਰ ਇਨ ਲਾ 33 ਜੀ। ਜ਼ੋਰਾ ਜੀ, ਇਸ ਤੋਂ ਇਲਾਵਾ ਕੁਝ ਪੁੱਛਣਾ ਜਾਂ ਆਪਾਂ ਆਨਸਰ ਦਈਏ ਇਹਨਾਂ ਨੂੰ? ਇਹਨਾਂ ਨੇ ਜਿਹੜੀ ਹੁਣ ਅੱਗੇ ਐਕਸਟੈਂਸ਼ਨ ਦੀ ਐਪਲੀਕੇਸ਼ਨ ਲਗਾਈ ਹੈ, ਸਰ ਤੁਸੀਂ ਕੀ ਪੁੱਛ ਰਹੇ ਹੋ ਇਹਨਾਂ ਨੂੰ? ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਕਿ ਇਹਨਾਂ ਨੇ ਵਰਕ ਪਰਮਿਟ ਐਕਸਟੈਂਸ਼ਨ ਦੀ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਤੇ ਦੱਸ ਰਹੇ ਸੀ ਕਿ ਇਹਨਾਂ ਦਾ ਵਰਕ ਪਰਮਿਟ। ਜੀ ਮੈਮ, ਜ਼ੋਰਾ ਜੀ ਪੁੱਛ ਰਹੇ ਨੇ ਤੁਸੀਂ ਜਿਹੜੀ LMIA ਦੀ ਜਿਹੜੀ ਤੁਸੀਂ ਕਹਿ ਰਹੇ ਹੋ ਤੇ ਵਰਕ ਪਰਮਿਟ ਦੀ ਤੁਹਾਡੀ ਉਹਨਾਂ ਦੀ ਐਕਸਪਾਇਰ ਹੋ ਚੁੱਕੀ ਹੈ, ਕਿ ਉਹਦੇ ਲਈ ਤੁਸੀਂ ਐਕਸਟੈਂਸ਼ਨ ਪਾਈ ਹੈ, ਉਹਨਾਂ ਦੀ ਐਪਲੀਕੇਸ਼ਨ ਦੁਬਾਰਾ ਲਗਾਈ ਹੈ ਇਸ ਦੇ ਬਾਰੇ ਚ ਰਿਨਿਊਅਲ ਲਈ? ਐਕਸਟੈਂਸ਼ਨ ਪਾਈ ਹੋਈ ਆ, ਹਾਂਜੀ ਐਕਸਟੈਂਸ਼ਨ ਪਾਈ ਹੋਈ ਆ, ਪਰ ਉਹਨਾਂ ਕੋਲ ਜਿੱਦਾਂ LMI ਹੈ ਨਹੀਂ ਗੀ, ਉਹ ਜਿੱਦਾਂ ਉਹ ਵਰਕ ਉਹਨਾਂ ਦਾ ਉਹ ਫਾਰਮ ਲਈ ਕੰਮ ਹੈ ਨਹੀਂਗਾ। ਜੀ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਓਕੇ, ਥੈਂਕ ਯੂ ਜੀ ਸਰ। ਹਾਂਜੀ ਤਰਨ ਜੀ, ਮੈਂ ਇਦਾਂ ਦੇ ਪਾਰਟੀਕੂਲਰ ਕੇਸਾਂ ਦੀ ਗੱਲ ਕਰਦਾ ਜਿਹੜੇ ਐਕਚੁਅਲੀ ਹਸਬੈਂਡ ਵਾਈਫ ਆ ਗਏ ਨੇ, ਫਾਰਮ ਵਰਕਰ ਦਾ ਵਰਕ ਪਰਮਿਟ ਲੈ ਲਿਆ ਤੇ PCPNP ਦੇ ਵਿੱਚ ਜਾਂ ਕਿਸੇ ਹੋਰ PNP 'ਚ ਇਹਨਾਂ ਦੇ ਪੁਆਇੰਟ ਨਹੀਂ ਬਣਦੇ ਪਏ। ਇਹਨਾਂ ਲਈ ਮੈਨੀਟੋਬਾ ਜਾਂ ਸਸਕੈਚੁਅਨ ਇੱਕ ਬਹੁਤ ਵਧੀਆ ਪਲੇਟਫਾਰਮ ਪ੍ਰੋਵਾਈਡ ਕਰਦਾ ਹੈਗਾ ਜਿੱਥੇ ਇਹਨਾਂ ਦੀ ਇਮੀਗ੍ਰੇਸ਼ਨ ਹੋਣ ਦੇ ਚਾਂਸਸ ਹੈਗੇ ਨੇ। ਸੋ ਮੈਂ ਇਹਨਾਂ ਨੂੰ ਸਟਰੋਂਗਲੀ ਰეკਮੈਂਡ ਕਰਦਾ ਕਿ ਸਾਡੇ ਟੋਰਾਂਟੋ ਆਫਿਸ ਨੂੰ 4162784449
ਜਾਂ ਸਾਡੇ ਵਿਨਪੈਗ ਆਫਿਸ 204 295 4449 ਤੇ ਸਾਡੇ ਨਾਲ ਕੰਟੈਕਟ ਕਰ ਲਓ ਤੇ ਲੋਕ ਸਾਡੇ ਕੋਲ ਇਹਨਾਂ ਲਈ ਇੱਕ ਆਪਸ਼ਨ ਹੈਗਾ ਜਿਹਦੇ ਵਿੱਚ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਜੀ ਬਿਲਕੁਲ। ਤੇ ਸਰ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਮੈਨੀਟੋਬਾ ਪੀਐਨਪੀ ਦੇ ਵਿੱਚ ਨਵੇਂ ਰੂਲਸ ਆਏ ਨੇ ਵਰਕ ਪਰਮਿਟ ਹੋਲਡਰਸ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ। ਜੀ ਤਰਨ ਜੀ ਉਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੇ ਰੂਲਸ ਨੇ ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਉਹ ਇਹ ਨੇ ਕਿ ਵੀ ਜੇ ਕੋਈ ਬੱਚਾ ਮੈਨੀਟੋਬਾ ਤੋਂ ਗ੍ਰੈਜੂਏਟ ਹੁੰਦਾ ਗਾ ਉਹਦੇ ਲਈ ਬੇਸਿਕਲੀ ਦੋ ਰੂਲ ਹੈਗੇ ਨੇ ਕਿ ਵੀ ਜਦੋਂ 6 ਮੰਥ ਬਾਅਦ ਐਮਪਲੋਇਮੈਂਟ ਤੋਂ ਬਾਅਦ ਅਪਲਾਈ ਕਰ ਸਕਦਾ ਤੇ ਜਾਂ ਬੱਚਾ ਜੇ ਉਹ ਜਿਹੜੀ ਉਹਦੀ ਫੀਲਡ ਆਫ ਸਟੱਡੀ ਹੈਗੀ ਆ ਉਹਦੇ ਰਿਲੇਟਡ ਉਹਨੂੰ ਜੌਬ ਮਿਲ ਜਾਵੇ। ਸਰ ਸਟੂਡੈਂਟਸ ਦੇ ਬਾਰੇ ਗੱਲ ਕਰਾਂਗੇ। ਇੰਟਰਨੈਸ਼ਨਲ ਸਟੂਡੈਂਟਸ ਨੂੰ ਕੀ ਕੁਆਲੀਫਿਕੇਸ਼ਨਸ ਚਾਹੀਦੀਆਂ ਨੇ? ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਮੈਡਮ। ਸਤਿ ਸ਼੍ਰੀ ਅਕਾਲ ਜੀ। ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ। ਓਕੇ ਜੀ। ਜੀ ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਅਸੀਂ ਸਰੀ ਤੋਂ ਬੋਲਦੇ ਹਾਂ। ਹਾਂਜੀ ਦੱਸੋ ਜੀ ਕੀ ਸਵਾਲ ਹੈ? ਹਾਂਜੀ ਸਾਡਾ ਸਵਾਲ ਇਹ ਹੈ ਜਿੱਦਾਂ ਸਾਨੂੰ 4 ਸਾਲ ਹੋ ਗਏ ਕਿ ਇਹਨੂੰ ਬਰਥ ਤੇ ਤਾਂ ਸਿਟੀਜ਼ਨ ਸੀ ਇਟਲੀ ਦੇ ਅਸੀਂ ਤੇ ਸਾਡਾ ਹੁਣ ਹਰੇਕ ਵਾਰੀ ਅਸੀਂ ਵਰਕ ਪੇਪਰ ਲਈਦਾ ਮੁੱਲ 2 ਸਾਲ ਦਾ ਕਦੀ ਮਿਲ ਜਾਂਦਾ ਕਦੀ 1.5 ਦਾ ਕਦੀ 1 ਦਾ। ਹੁਣ ਵੀ ਸਾਡਾ ਮਈ ਤੱਕ ਆ। ਸਾਡਾ ਕੀ ਪ੍ਰੋਸੀਜਰ ਹੈ? ਜਿੱਦਾਂ ਮੇਰੇ ਹਸਬੈਂਡ ਕਰਦੇ ਲੈਂਡਸਕੇਪਿੰਗ ਦਾ ਕੰਮ, ਮੈਂ ਕਰਦੀ ਸੀ ਪਹਿਲਾਂ ਰੈਸਟੋਰੈਂਟ 'ਚ, ਫਿਰ ਕਰਦੀ ਸੀ ਫਾਰਮ 'ਚ। ਹੁਣ ਮੇਰੇ 7 ਲੱਗੀ ਸਾਲ ਹੋ ਗਿਆ ਮੈਂ ਘੱਟੀ ਬੈਠੀ ਮਾਰਚ ਅਪ੍ਰੈਲ ਦੀ। ਸਾਡੇ ਪੇਪਰ ਕਿੱਦਾਂ ਕੀ ਇਹਦਾ ਪ੍ਰੋਸੀਜਰ ਹੈ ਪੇਪਰਾਂ ਦਾ? ਜੀ 1 ਮਿੰਟ ਲਈ ਮੈਮ ਤੁਸੀਂ ਹੋਲਡ ਕਰਿਓ। ਜ਼ੋਰਾ ਜੀ ਨੂੰ ਪੁੱਛਦੇ ਹਾਂ ਤੁਹਾਨੂੰ ਕੋਈ ਸਵਾਲ ਤਾਂ ਨਹੀਂ ਪੁੱਛਣਾ ਚਾਹੁੰਦੇ? ਜੀ ਜ਼ੋਰਾ ਜੀ ਤੁਹਾਨੂੰ ਇਹਨਾਂ ਦਾ ਸਵਾਲ ਸਮਝ ਆ ਗਿਆ ਜਾਂ ਮੈਂ ਦੁਬਾਰਾ ਰਿਪੀਟ ਕਰਾਂ? ਹਾਂਜੀ ਸਵਾਲ ਸਮਝ ਆ ਗਿਆ। ਕਈ ਵਾਰ ਇਹਨਾਂ ਨੇ ਵਰਕ ਪਰਮਿਟ ਐਕਸਟੈਂਡ ਕੀਤਾ ਹੈਗਾ ਬਟ ਮੈਂ ਇਹਨਾਂ ਤੋਂ ਕਰਨ ਜੀ ਪੁੱਛਣਾ ਚਾਹੁੰਦਾ ਕਿ ਇਹਨਾਂ ਦੋਹਾਂ ਦੀ ਹਸਬੈਂਡ ਵਾਈਫ ਦੀ ਏਜ ਕੀ ਹੈ ਤੇ ਅਗੇਨ ਉਹਨਾਂ ਦੀ ਐਜੂਕੇਸ਼ਨ ਕੀ ਹੈ? ਜੀ ਮੈਮ ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਜ਼ਰੂਰ ਥੋੜਾ ਜਿਹਾ ਘੱਟ ਕਰ ਰਹੇ ਹੋ ਕਿਉਂਕਿ ਫੋਨ 'ਚ ਥੋੜੀ ਜਿਹੀ ਫਿਰ ਡਿਸਟਰਬੈਂਸ ਆਉਂਦੀ ਹੈ। ਮੈਨੂੰ ਲੱਗਦਾ ਸਰ ਉਹਨਾਂ ਨੇ ਫੋਨ ਕੱਟ ਕਰ ਦਿੱਤਾ ਆ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਜੇਕਰ ਆਪਾਂ ਇਹਨਾਂ ਦੀ ਏਜ ਜਿਵੇਂ ਦੀ ਇਹਨਾਂ ਦੀ ਵੌਇਸ ਤੋਂ ਮੈਨੂੰ ਲੱਗ ਰਿਹਾ ਸੀ ਇਹ ਅਰਾਊਂਡ 50 ਦੇ ਹੋਣਗੇ, 40 to 50 ਦੇ ਅਰਾਊਂਡ, ਤੇ ਤੁਸੀਂ ਦੱਸ ਸਕਦੇ ਹੋ ਕਿ ਅਗੇਨ ਜੀ ਜੇ ਤਰਨ ਜੀ ਜੇ ਇਹ +2 ਹੈਗੇ ਨੇ ਇਟਾਲੀਅਨ ਸਿਟੀਜ਼ਨ ਨੇ, ਇਹ ਮੈਨੂੰ ਸੁਣਿਆ ਸੀ। ਜੇ +2 ਕੀਤੀ ਹੋਈ ਹੈ ਤਾਂ ਅਗੇਨ ਇਹਨਾਂ ਵਾਸਤੇ ਵੀ ਮੈਨੀਟੋਬਾ ਸਸਕੈਚੁਅਨ ਦੇ ਵਿੱਚ ਬਹੁਤ ਵਧੀਆ ਆਪਸ਼ਨ ਹੈਗਾ ਐਜ਼ ਲੌਂਗ ਐਜ਼ ਇਹਨਾਂ ਨੂੰ ਮੂਵ ਹੋਣਾ ਪੈਣਾ ਬਟ ਦੇयर इज नो वे अराउंड ਕਿ ਵੀ ਮੈਂ BC 'ਚ ਰਹਿਣਾ। Is there any way ਨਹੀਂ BC 'ਚ ਜੇ ਤੁਹਾਡੇ ਪੁਆਇੰਟਸ ਨਹੀਂ ਬਣ ਰਹੇ ਤਾਂ ਮੇਰੇ ਕੋਲ ਵੀ ਨਹੀਂ ਬਣਨੇ, ਤੁਹਾਡੇ ਕੋਲ ਵੀ ਨਹੀਂ ਬਣਨੇ। there is ਕੋਈ ਸਾਡੇ ਕੋਲ ਮੈਜਿਕ ਕੁਛ ਨਹੀਂ ਹੈਗਾ। ਇਟ ਇਜ਼ ਐਵਰੀਥਿੰਗ ਅੰਡਰ ਦਾ ਲਾਅ। ਜਿਹੜੇ ਵੀ ਚਾਹੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਨੇ ਜਾਂ ਕੋਈ ਫੈਡਰਲ ਪ੍ਰੋਗਰਾਮ ਨੇ ਉਹਦੇ ਵਿਦਨ ਦਾ ਲਾਅ ਤੁਹਾਡੀ ਹੈਲਪ ਕਰਨੀ ਹੈਗੀ ਆ ਐਜ਼ ਲੌਂਗ ਐਜ਼ ਦੇ ਆਰ ਕਮਿਟਡ ਟੂ ਮੂਵ ਟੂ ਮੈਨੀਟੋਬਾ। ਤੇ ਜੇ ਤੁਸੀਂ ਮੈਨੀਟੋਬਾ ਆ ਸਕਦੇ ਹੋ ਜਾਂ ਸਸਕੈਚੁਅਨ 'ਚ ਮੂਵ ਹੋ ਸਕਦੇ ਹੋ ਤਾਂ ਅਸੀਂ ਤੁਹਾਡੀ ਡੈਫੀਨਿਟਲੀ ਮਦਦ ਕਰ ਸਕਦੇ ਹਾਂ। ਤੇ ਸਾਡੇ ਫੋਨ ਨੰਬਰ 416 278 4449 416 278 4449 ਜਾਂ ਵਿਨਪੈਗ ਦਾ ਨੰਬਰ ਸਾਡਾ ਹੈਗਾ ਗਾ 204 295 4449। ਤੁਸੀਂ ਸਾਨੂੰ ਕੰਟੈਕਟ ਕਰ ਲਿਓ ਤੇ ਅਗੇਨ ਮੈਨੂੰ ਲੱਗ ਰਿਹਾ ਵੀ ਅਸੀਂ ਤੁਹਾਡੀ ਮਦਦ ਕਰ ਸਕਦੇ। ਜੀ ਆਪਾਂ ਗੱਲ ਕਰ ਰਹੇ ਸੀ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਮੈਨੀਟੋਬਾ ਦੇ ਵਿੱਚ ਗ੍ਰੈਜੂਏਟ ਹੋਏ ਹੋਣ, ਪਾਸ ਆਊਟ ਹੋਏ ਹੋਣ। ਜੀ ਜਿਹੜੇ ਮੈਨੀਟੋਬਾ ਦੇ ਤਰਨ ਜੀ ਗ੍ਰੈਜੂਏਟ ਨੇ ਉਹਨਾਂ ਲਈ 2 ਆਪਸ਼ਨਸ ਨੇ। ਪਹਿਲਾ ਆਪਸ਼ਨ ਤਾਂ ਇਹ ਹੈ ਕਿ ਵੀ 6 ਮੰਥਸ ਐਮਪਲੋਇਮੈਂਟ ਕਰਕੇ ਜਦੋਂ ਗ੍ਰੈਜੂਏਟ ਹੁੰਦੇ ਨੇ ਅਗੇਨ ਜਦੋਂ ਉਹਨਾਂ ਨੇ ਪੋਸਟ ਸਰ ਮੈਨੂੰ ਲੱਗਦਾ ਆਪਾਂ ਨੂੰ ਅੱਜ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਵਿੱਚ ਥੋੜੀ ਜਿਹੀ ਜਾਣਕਾਰੀ ਲੇਟ ਦੇਣੀ ਪੈਣੀ ਹੈ। ਇੱਕ ਦਰਸ਼ਕ ਹੋਰ ਜੁੜ ਕੇ ਨੇ, ਆਪਾਂ ਇੱਥੇ ਹੋਲਡ ਕਰ ਰਹੇ ਹਾਂ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਅਸੀਂ ਓਟਵਾ ਤੋਂ ਬੋਲ ਰਹੇ ਹਾਂ। ਹਾਂਜੀ ਦੱਸੋ ਜੀ ਕੀ ਸਵਾਲ ਹੈ? ਮੈਂ ਨਾ ਸੁਪਰ ਵਿੱਚ ਤਿਆਰੀ ਹੋਈ ਹਾਂ ਤੇ ਮੇਰੀ ਨਾ PR ਵਾਸਤੇ ਪਿਛਲੇ ਸਾਲ ਦਸੰਬਰ 'ਚ ਲਗਾਈ ਸੀ HMC ਦੀ ਐਪਲੀਕੇਸ਼ਨ ਤੇ ਦਾ ਉਦੋਂ ਬਾਇਓਮੈਟ੍ਰਿਕ ਹੋ ਗਿਆ ਸੀ। ਉਸ ਤੋਂ ਬਾਅਦ ਕੋਈ ਜਵਾਬ ਨਹੀਂ ਆਇਆ। ਜੀ ਮੈਮ ਤੁਸੀਂ 1 ਮਿੰਟ ਲਈ ਹੋਲਡ ਕਰਿਓ। ਤੁਸੀਂ ਜ਼ੋਰਾ ਜੀ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਨੂੰ? ਜੇ ਤੁਹਾਨੂੰ ਸਵਾਲ ਸਮਝ ਆ ਗਿਆ ਜਾਂ ਮੈਂ ਰਿਪੀਟ ਕਰਾਂ? ਨਹੀਂ ਆਪਾਂ ਔਨ ਸਕਰੀਨ ਇਹਨਾਂ ਨੂੰ ਆਨਸਰ ਕਰ ਸਕਦੇ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਪਲੀਜ਼ ਥੋੜੀ ਜਿਹੀ ਘੱਟ ਕਰਿਓ। ਤੁਹਾਡੀ ਆਵਾਜ਼ ਬਿਲਕੁਲ ਸਮਝ ਨਹੀਂ ਆ ਰਹੀ। ਟੀਵੀ ਸਕਰੀਨ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਦਿਓ। ਮੈਂ ਸਰੀ ਤੋਂ ਬੋਲਦੀ ਹਾਂ ਜੀ। ਹਾਂਜੀ ਜੇ ਕਿਸੇ ਬੱਚੀ ਨੂੰ ਸਪਾਂਸਰ ਕਰਨਾ ਹੋਵੇ ਤਾਂ ਕਰ ਸਕਦੇ ਹਾਂ ਅਸੀਂ। ਜਿੱਦਾਂ ਹੈਗੇ ਓਲਡ ਆ ਤਾਂ ਮੇਰਾ ਹਸਬੈਂਡ ਤਾਂ ਕੰਮ ਕਰਦਾ ਆ ਤੇ ਟੈਕਸ ਭਰੀਦਾ ਆ। ਓਕੇ ਜੀ ਜ਼ੋਰਾ ਜੀ ਤੁਸੀਂ ਇਸ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ? ਮੈਮ 1 ਮਿੰਟ ਲਈ ਹੋਲਡ ਕਰਿਓ। ਮੈਂ ਤੁਹਾਡਾ ਸਵਾਲ ਜ਼ੋਰਾ ਜੀ ਤੱਕ ਪੁੱਛ ਰਹੀ ਹਾਂ। 1 ਮਿੰਟ ਲਈ ਹੋਲਡ ਕਰਿਓ ਜੀ। ਜ਼ੋਰਾ ਜੀ ਕੁਝ ਪੁੱਛਣਾ ਚਾਹੁੰਦੇ ਹੋ ਆਪਾਂ ਆਨਸਰ ਦਈਏ? ਨਹੀਂ ਆਪਾਂ ਸਕਰੀਨ ਦੇ ਉੱਪਰ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਓਟਵਾ ਤੋਂ ਕਾਲ ਕੀਤੀ ਸੀ ਆਪਾਂ ਉਹਨਾਂ ਦਾ ਸਵਾਲ ਦਾ ਆਨਸਰ ਦੇ ਰਹੀਏ। ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਨੇ ਸੁਪਰ ਵੀਜ਼ਾ ਤੇ ਆਏ ਸੀ ਤੇ ਪਿਛਲੇ ਦਸੰਬਰ ਦੇ ਵਿੱਚ PR ਲਈ ਅਪਲਾਈ ਕੀਤਾ ਸੀ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ ਦੇ ਉੱਤੇ
ਬਾਇਓਮੈਟ੍ਰਿਕਸ ਹੋ ਚੁੱਕੇ ਨੇ ਪਰ ਅਜੇ ਤੱਕ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ। ਜੀ ਜਿਹੜੀਆਂ ਤਰਨ ਜੀ HNC ਦੀ ਐਪਲੀਕੇਸ਼ਨ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਦੀਆਂ ਸਪੈਸ਼ਲੀ ਇਨਸਾਈਡ ਕੈਨੇਡਾ ਉਹਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜੀ ਅਪ ਟੂ 3 ਇਅਰਸ ਹੈਗਾ ਤੇ ਜਿਹਨਾਂ ਦੇ ਬਾਇਓਮੈਟ੍ਰਿਕਸ ਹੋ ਗਏ ਨੇ 10 ਮਿੰਟ ਬਟ ਇਹਨਾਂ ਨੂੰ ਵੇਟ ਕਰਨ ਦੀ ਲੋੜ ਹੈਗੀ ਆ ਤੇ ਜੇ ਕੋਈ ਉਹਨਾਂ ਨੇ ਕੋਈ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਨੇ ਐਪਲੀਕੇਸ਼ਨ ਵਾਸਤੇ ਤੇ ਸਾਨੂੰ ਕੰਟੈਕਟ ਕਰ ਲੈਣ ਬਟ ਐਪਲੀਕੇਸ਼ਨ ਦੇ ਵਿੱਚ ਉਹਨਾਂ ਦੇ ਕੋਈ ਡਿਲੇ ਨਹੀਂ ਹੈਗਾ ਐਪਲੀਕੇਸ਼ਨ ਸਹੀ ਚੱਲ ਰਹੀ ਹੈ। ਜੀ ਬਿਲਕੁਲ। ਉਸ ਤੋਂ ਬਾਅਦ ਹੁਣ ਜਿਨ੍ਹਾਂ ਨੇ ਮੈਮ ਨੇ ਕਾਲ ਕੀਤੀ ਸੀ ਕਿ ਉਹ ਬੱਚੇ ਨੂੰ ਕਿਸੇ ਨੂੰ ਸਪਾਂਸਰ ਕਰਨਾ ਚਾਹੁੰਦੇ ਨੇ, ਇਹਦੇ ਬਾਰੇ ਆਪਾਂ ਜਵਾਬ ਦੇਵਾਂਗੇ। ਇੱਕ ਦਰਸ਼ਕ ਪਹਿਲਾਂ ਹੋਰ ਜੁੜ ਗਏ ਨੇ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਟੀਵੀ ਸਕਰੀਨ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਦਿਓ ਪਲੀਜ਼। ਕਿੱਥੋਂ ਬੋਲ ਰਹੇ ਹੋ? ਓਕੇ ਗਰਦੀਪ ਨਾਲ ਗੱਲ ਕਰੀ ਮੈਂ ਗੱਲ ਕਰਾਉਣੀ ਕਿੱਥੋਂ ਜੀ ਬਿਲਕੁਲ ਦੱਸ ਦਿਓ ਜੀ ਕਿੱਥੋਂ ਬੋਲ ਰਹੇ ਹੋ ਜਦ ਤੱਕ ਅਸੀਂ ਆਪਣੀ ਸਪੋਰਟ ਤੋਂ ਬੋਲ ਰਹੇ ਐਵਰਸਫੋਰਡ ਤੋਂ ਬੋਲ ਰਹੇ ਹੋ ਜੀ। ਜੀ ਦੱਸੋ ਕੀ ਸਵਾਲ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਇੱਦਾਂ ਪੁੱਛਣਾ ਸੀ ਕਿ ਮੈਂ ਆਪਣੇ ਪੇਰੈਂਟਸ ਦਾ ਬਰਥਡੇ ਤੇ ਲਵਾਉਣਾ ਸੀਗਾ। ਸਟੂਡੈਂਟ ਆ ਮੈਂ ਤੇ ਮੈਂ ਲਗਵਾ ਸਕਦੀ ਹਾਂ ਉਹਨਾਂ ਦਾ ਵੀਜ਼ਾ? ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ। ਮੈਂ ਜ਼ੋਰਾ ਜੀ ਨੂੰ ਪੁੱਛ ਰਹੀ ਹਾਂ ਕਿ ਉਹ ਕੁਝ ਇਹਨਾਂ ਨੂੰ ਪੁੱਛਣਾ ਚਾਹੁੰਦੇ ਜੀ। ਜ਼ੋਰਾ ਜੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਨੂੰ? ਨਹੀਂ ਆਪਾਂ ਔਨ ਸਕਰੀਨ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਪਹਿਲਾਂ ਜਿਨ੍ਹਾਂ ਦੀ ਸਰੀ ਤੋਂ ਕਾਲ ਆਈ ਸੀ ਕਿਸੇ ਬੱਚੇ ਨੂੰ ਸਪਾਂਸਰ ਕਰਨਾ ਚਾਹੁੰਦੇ ਨੇ ਜੀ, ਜਿਨ੍ਹਾਂ ਦੀ ਸਰੀ ਕਾਲ ਆਈ ਸੀ ਜੀ ਉਹ ਇਹ ਕਹਿ ਰਹੇ ਸੀ ਕਿ ਅਸੀਂ ਟੈਕਸ ਐਵਰੀ ਈਅਰ ਫਾਈਲ ਕਰਦੇ ਹਾਂ ਕਿ ਅਸੀਂ ਕਿਸੇ ਬੱਚੇ ਨੂੰ ਬੁਲਾ ਸਕਦੇ ਹਾਂ ਤੇ ਲੁੱਕ ਲਾਈਕ ਉਹਨਾਂ ਦੀ ਆਵਾਜ਼ ਤੋਂ ਲੱਗ ਰਿਹਾ ਸੀ ਕਿ ਵੀ ਉਹ ਸੀਨੀਅਰ ਸਿਟੀਜ਼ਨ ਹੈਗੇ ਨੇ। ਉਹਨਾਂ ਨੇ ਕਿਹਾ ਸੀ ਸੌਰੀ ਸਰ ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਇੰਟਰਪਟ ਕਰ ਰਹੀ ਹਾਂ। ਉਹਨਾਂ ਨੇ ਕਿਹਾ ਸੀ ਕਿ ਉਹ 올ਡ ਨੇ ਬਟ ਉਹਨਾਂ ਦੇ ਹਸਬੈਂਡ ਜੌਬ ਕਰਦੇ ਨੇ, ਉਹ ਖੁਦ ਜੌਬ ਨਹੀਂ ਕਰਦੇ। ਠੀਕ ਹੈ ਹਾਂਜੀ ਜੀ ਉਹਦੇ ਵਿੱਚ ਤਰਨ ਜੀ ਮੈਂ ਦੱਸ ਰਿਹਾ ਸੀ ਕਿ ਜਿਹੜਾ ਨੈਨੀ ਦਾ ਪਾਇਲਟ ਪ੍ਰੋਗਰਾਮ ਆ 2020 ਦੇ ਵਿੱਚ ਸ਼ੁਰੂ ਹੋਇਆ ਸੀ। ਉਹਦੇ ਵਿੱਚ 2 ਪ੍ਰੋਗਰਾਮ ਸੀ, ਇੱਕ ਹੋਮ ਸਪੋਰਟ ਵਰਕਰ ਸੀ ਤੇ ਇੱਕ ਚਾਈਲਡ ਕੇਅਰ ਪ੍ਰੋਵਾਈਡਰ ਸੀ। ਜਿਹੜਾ ਚਾਈਲਡ ਕੇਅਰ ਪ੍ਰੋਵਾਈਡਰ ਤੇ ਹੋਮ ਸਪੋਰਟ ਵਰਕਰ ਦੇ ਵਿਚਕਾਰ ਉਹਨਾਂ ਦੇ ਵਿੱਚ 5500 ਐਪਲੀਕੇਸ਼ਨ ਲੈਣੀਆਂ ਸੀ ਇਮੀਗ੍ਰੇਸ਼ਨ ਨੇ, 2750 ਐਪਲੀਕੇਸ਼ਨ ਈਚ। ਤੇ ਹੁਣ ਜਿਹੜੀ ਨਵੀਂ ਇਨਫੋਰਮੇਸ਼ਨ ਆ ਰਹੀ ਆ ਉਹਦੇ ਵਿੱਚ ਇਹ ਆ ਕਿ ਜਿਹੜਾ ਚਾਈਲਡ ਕੇਅਰ ਪ੍ਰੋਵਾਈਡਰ ਵਾਲਾ 2750 ਵਾਲਾ ਐਪਲੀਕੇਸ਼ਨਸ ਨੇ ਇਮੀਗ੍ਰੇਸ਼ਨ ਕੋਲੇ ਮਿਲ ਚੁੱਕੀਆਂ ਨੇ, ਉਹਦੀ ਕੈਪ ਰੀਚ ਹੋ ਚੁੱਕੀ ਆ ਤੇ ਜਨਵਰੀ ਤੋਂ ਅਗੇਨ 2750 ਲੈਣੀਆਂ ਨੇ। ਬਟ ਔਨ ਦੀ ਅਦਰ ਹੈਂਡ ਸਾਈਡ ਜਿਹੜਾ ਹੋਮ ਸਪੋਰਟ ਵਰਕਰ ਹਜੇ ਵੀ ਉਹਦੇ ਵਿੱਚ 2750 ਐਪਲੀਕੇਸ਼ਨ ਉਹਨਾਂ ਨੂੰ ਰਿਸੀਵ ਕੰਪਲੀਟ ਐਪਲੀਕੇਸ਼ਨ ਰਿਸੀਵ ਨਹੀਂ ਹੋਈ ਹੈ। ਸੋ ਇੱਥੇ ਚਾਂਸ ਹੈਗਾ ਕਿ ਜੇ ਇਹਨਾਂ ਦੀ ਇਨਕਮ ਮੈਚ ਹੁੰਦੀ ਹੋਈ ਬਾਕੀ ਅਗੇਨ ਸਾਡੇ ਆਫਿਸ ਨੂੰ ਕੰਟੈਕਟ ਕਰ ਲੈਣ, ਸਾਡੇ ਨੰਬਰ ਤੁਹਾਡੀ ਸਕਰੀਨ ਤੇ ਨੇ, ਕੰਟੈਕਟ ਕਰ ਲੈਣ, ਅਸੀਂ ਇਹਨਾਂ ਦੀ ਇਨਕਮ ਦੇਖ ਸਕਦੇ ਹਾਂ। ਤੇ ਉਸ ਤੋਂ ਬਾਅਦ ਜਿਹੜਾ ਉਹ ਪਰਟੀਕੁਲਰ ਜਿਨ੍ਹਾਂ ਨੂੰ ਇੱਕ ਬੱਚੇ ਨੂੰ ਕਹਿੰਦੇ ਨੇ ਬੁਲਾਉਣਾ ਚਾਹੁੰਦੇ ਆ ਸਾਨੂੰ ਉਹਨਾਂ ਦੀ ਐਜੂਕੇਸ਼ਨ ਅਸੈਸ ਕਰਨੀ ਪੈਣੀ ਹੈ। ਜੇ ਉਹਨਾਂ ਕੋਲ 1 ਈਅਰ ਪੋਸਟ ਸੈਕੰਡਰੀ ਐਜੂਕੇਸ਼ਨ ਹੈਗੀ ਆ, ਜੇ ਆਪਾਂ ਪੰਜਾਬੀ ਕਹੀਏ ਕਿ +2 ਤੋਂ ਬਾਅਦ ਉਹਨਾਂ ਨੇ ਕੋਈ 1 ਸਾਲ ਦਾ ਡਿਪਲੋਮਾ ਕਿਸੇ ਰਿਕਗਨਾਈਜ਼ਡ ਇੰਸਟੀਚਿਊਟ ਤੋਂ ਕੀਤਾ ਹੋਇਆ ਜਾਂ BA ਕੀਤੀ ਹੋਈ ਹੈ ਤਾਂ ਆਪਾਂ 5 ਬੈਂਡ ਲੈ ਸਕਦੇ ਨੇ, ਤਾਂ ਉਹਨਾਂ ਦੀ ਅਸੀਂ ਹੈਲਪ ਕਰ ਸਕਦੇ ਹਾਂ। ਬਿਲਕੁਲ ਜੀ, ਵਧੇਰੇ ਜਾਣਕਾਰੀ ਲਈ ਤੁਹਾਡੇ ਨਾਲ ਜੀ ਬਿਲਕੁਲ ਵਧੇਰੇ ਜਾਣਕਾਰੀ ਲਈ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ। ਟੋਰਾਂਟੋ ਤੇ ਵਿਨੀਪੈਗ ਦੇ ਆਫਿਸ ਦਾ ਨੰਬਰ ਅਸੀਂ ਦਿੱਤਾ ਹੋਇਆ। ਇੱਕ ਦਰਸ਼ਕ ਸਾਡਾ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਬ੍ਰਹਮਪੁਰ ਤੋਂ ਬੋਲ ਰਿਹਾ ਹਾਂ। ਹਾਂਜੀ ਦੱਸੋ ਜੀ ਕੀ ਸਵਾਲ ਹੈ? ਮੈਂ ਇਹ ਪੁੱਛਣਾ ਚਾਹੁੰਦਾ ਸੀ ਜੀ ਜਿੱਦਾਂ ਕੋਈ ਸਟੂਡੈਂਟ ਆ +2 ਕੀਤੀ ਉਹ ਆ, ਉਹਨਾਂ ਦਾ ਆਪਣੇ ਵਿਜ਼ਿਟ ਵੀਜ਼ਾ ਲੱਗਾ ਆ ਤੇ ਉਹ ਇੱਥੇ ਆ ਜਾਵੇ ਤਾਂ ਆ ਕੇ ਇੱਥੋਂ ਮਤਲਬ ਪੜ੍ਹਾਈ ਵਾਸਤੇ ਅਪਲਾਈ ਕਰ ਸਕਦਾ ਇੱਥੇ? ਜੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਵਿਜ਼ਟਰ ਵੀਜ਼ਾ ਵਾਲੇ ਇੱਥੇ ਆ ਕੇ ਸਟੱਡੀ ਪਰਮਿਟ ਲੈ ਸਕਦੇ ਨੇ ਜਾਂ ਨਹੀਂ ਲੈ ਸਕਦੇ? ਜੀ ਸ਼ੁਕਰੀਆ ਕਾਲ ਕਰਨ ਲਈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਇਹ ਸਾਡੀ ਲਾਸਟ ਕਾਲ ਸੀ। ਅਸੀਂ ਮੁਆਫੀ ਚਾਹਾਂਗੇ ਕਿ ਇਸ ਤੋਂ ਬਾਅਦ ਕੋਈ ਹੋਰ ਕਾਲ ਅਸੀਂ ਨਹੀਂ ਲੈ ਸਕਾਂਗੇ। ਸਰ ਆਪਣੇ ਕੋਲ ਸਮਾਂ ਬਹੁਤ ਘੱਟ ਹੈ, ਸਿਰਫ 4 ਮਿੰਟਸ ਨੇ ਆਪਾਂ ਇਹਨਾਂ ਦੇ ਰਿਪਲਾਈ ਕਰਨੇ ਨੇ। ਜਿਨ੍ਹਾਂ ਨੇ ਪੁੱਛਿਆ ਸੀ ਕਿ ਐਬਰਟਸਫੋਰਡ ਤੋਂ ਕਾਲ ਕਰ ਰਹੇ ਸੀ, ਸਟੂਡੈਂਟ ਵੀਜ਼ਾ ਤੇ ਲੜਕੀ ਆਈ ਹੋਈ ਆ, ਬਰਥਡੇ ਦੇ ਉੱਤੇ ਆਪਣੇ ਪੇਰੈਂਟਸ ਲਈ ਚਾਹੁੰਦੀ ਹੈ ਕਿ ਉਹਨਾਂ ਨੂੰ ਸਪਾਂਸਰ ਕਰੇ, ਕਿ ਉਹਨਾਂ ਨੂੰ ਬੁਲਾ ਸਕਦੇ ਆ ਉਹ? ਜੀ ਬਿਲਕੁਲ ਬੁਲਾਇਆ ਜਾ ਸਕਦਾ ਜੀ ਤੇ ਬਾਇਓਮੈਟ੍ਰਿਕਸ ਵਾਲੇ ਖੁੱਲ੍ਹ ਚੁੱਕੇ ਨੇ। ਬਾਕੀ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ, ਅਸੀਂ ਤੁਹਾਨੂੰ ਚੈੱਕਲਿਸਟ ਤੇ ਬਾਕੀ ਜਿਹੜੀ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਜੀ। ਤੇ ਨੈਕਸਟ ਜਿਨ੍ਹਾਂ ਨੇ ਹੁਣੀ ਸਾਨੂੰ ਕੁਐਸਚਨ ਕੀਤਾ ਬ੍ਰੈਂਪਟਨ ਤੋਂ, ਉਹਨਾਂ ਨੇ ਪੁੱਛਿਆ ਕਿ ਜੇਕਰ ਕੋਈ ਇੱਥੇ ਵਿਜ਼ਟਰ ਵੀਜ਼ਾ ਤੇ ਆਉਂਦਾ ਆ ਤੇ ਅੱਗੇ ਕੀ ਉਹ ਇਸ ਨੂੰ ਸਟੱਡੀ ਪਰਮਿਟ ਦੇ ਵਿੱਚ ਇਹਨੂੰ ਚੇਂਜ ਕਰਵਾ ਸਕਦਾ ਆ? ਜੀ ਇਹਦੇ ਵਿੱਚ ਆਈ ਗੈਸ ਬ੍ਰੈਂਪਟਨ ਤੋਂ ਕਾਲ ਕੀਤੀ ਜੀ। ਤੇ ਇਹਦੇ ਵਿੱਚ ਇਸ ਤਰ੍ਹਾਂ ਜੀ ਕਿ ਵੀ ਜਿਹੜੇ ਵਿਜ਼ਿਟਰ ਆਉਂਦੇ ਨੇ ਜੋ ਸਟੱਡੀ ਪਰਮਿਟ ਅਪਲਾਈ ਕਰ ਸਕਦੇ ਨੇ, ਬਟ ਜੇ ਤੁਸੀਂ ਡਾਇਰੈਕਟ ਐਪਲੀਕੇਸ਼ਨ ਸਟੱਡੀ ਪਰਮਿਟ ਦੀ ਲਾਉਂਦੇ ਹੋ ਬੀਇੰਗ ਅ ਵਿਜ਼ਿਟਰ ਇਨ ਕੈਨੇਡਾ, ਤੁਹਾਡੀ ਐਪਲੀਕੇਸ਼ਨ ਬਾਹਰ ਪ੍ਰੋਸੈਸ ਹੁੰਦੀ ਹੈ। ਪਰ ਵੀਜ਼ਾ ਐਪਲੀਕੇਸ਼ਨ ਸੈਂਟਰ ਹੁਣ ਪਿੱਛੇ ਜੇ ਬੰਦ ਹੋਣ ਕਰਕੇ ਪ੍ਰੋਬਲਮ ਸੀ। ਬਟ ਜੇ ਤੁਸੀਂ ਇੱਕ ਪ੍ਰੀ ਰੈਕੁਇਜ਼ਿਟ ਕੰਡੀਸ਼ਨਸ ਹੁੰਦੀਆਂ ਨੇ ਪ੍ਰੋਗਰਾਮ ਦੀਆਂ, ਜੇ ਆਪਾਂ ਪੰਜਾਬੀ ਕਹੀਏ ਕਿ ਇੰਗਲਿਸ਼ ਦਾ ਥੋੜਾ ਜਿਹਾ ਜੇ ਕੋਈ ਤੁਸੀਂ ਪ੍ਰੋਗਰਾਮ
ਤਿੰਨ ਲੈਸ ਦੈਨ 6 ਮੰਥਸ ਇੱਥੇ ਕੈਨੇਡਾ 'ਚ ਕਰਦੇ ਹੋ ਤੇ ਉਹ ਪਾਥਵੇ ਪ੍ਰੋਗਰਾਮ ਲੈ ਕੇ ਤੁਸੀਂ ਇਨਸਾਈਡ ਕੈਨੇਡਾ ਅਪਲਾਈ ਕਰ ਸਕਦੇ ਹੋ, ਜਿਹਦੇ ਵਿੱਚ ਸਟੱਡੀ ਪਰਮਿਟ ਮਿਲਣ ਦੇ ਪੂਰੇ ਚਾਂਸਸ ਹੁੰਦੇ ਨੇ। ਜੀ ਬਿਲਕੁਲ। ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਕੁਝ ਟੌਪਿਕਸ ਅਜਿਹੇ ਸੀ ਜਿਨ੍ਹਾਂ ਉੱਤੇ ਅਜੇ ਡਿਸਕਸ਼ਨ ਕਰਨੀ ਬਾਕੀ ਸੀ ਪਰ ਆਪਾਂ ਡਿਸਕਸ ਨਹੀਂ ਕਰ ਪਾਏ। ਸਰ ਖਾਸ ਤੌਰ ਤੇ ਜਿਹੜੇ ਸਟੂਡੈਂਟਸ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਜਾਂ ਵਰਕ ਪਰਮਿਟ ਹੋਲਡਰਸ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਕਿਉਂਕਿ ਤੁਸੀਂ ਹੁਣੀ ਹਜੇ ਦੱਸ ਰਹੇ ਸੀ ਕਿ ਮੈਨੀਟੋਬਾ ਦੀ ਗਾਈਡਲਾਈਨਸ ਜਿਹੜੀਆਂ ਨਵੀਆਂ ਚੇਂਜ ਹੋਈਆਂ ਨੇ ਪੀਐਨਪੀ ਨੂੰ ਲੈ ਕੇ, ਤੇ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਉੱਤੇ ਆਪਾਂ ਜ਼ਿਆਦਾ ਡਿਸਕਸ਼ਨ ਕਰ ਸਕੀਏ। ਆਪਾਂ ਨੈਕਸਟ ਟਾਈਮ ਇਸ ਤੇ ਡਿਸਕਸ਼ਨ ਜ਼ਰੂਰ ਕਰਾਂਗੇ, ਪਰ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜੀ, ਮੈਂ ਇਹ ਦੱਸਣਾ ਚਾਹੁੰਦਾ ਜੀ ਕਿ ਮੈਨੀਟੋਬਾ ਦੇ ਵਿੱਚ ਕੋਵਿਡ ਕਰਕੇ ਮੈਨੀਟੋਬਾ ਪਰਮਿਸ਼ਨ ਨੋਮਨੀ ਨੇ ਕਾਫੀ ਪ੍ਰੋਗਰਾਮ ਚੇਂਜ ਕਰਤਾ ਹੈਗਾ। ਪਹਿਲਾਂ ਇਹ ਹੁੰਦਾ ਸੀ ਕਿ ਕੋਵਿਡ ਕਰਕੇ ਜੇ ਤੁਹਾਡੀ ਜੌਬ ਚਲੀ ਗਈ ਤੁਸੀਂ ਕੁਆਲੀਫਾਈ ਨਹੀਂ ਸੀ ਕਰਦੇ, ਬਟ ਹੁਣ ਜਿਹੜੇ ਨਵੀਆਂ ਗਾਈਡਲਾਈਨਸ ਆਈਆਂ ਨੇ, ਤੁਸੀਂ ਜੇ ਤੁਹਾਡੀ ਇੰਪਲੋਇਮੈਂਟ ਚਲੀ ਵੀ ਗਈ ਜਾਂ ਤੁਸੀਂ ਲੇਡ ਆਫ ਹੋ ਗਏ, ਤੁਸੀਂ ਫਿਰ ਵੀ ਅਪਲਾਈ ਕਰ ਸਕਦੇ ਹੋ। ਤੇ ਅਗੇਨ ਮੈਨੀਟੋਬਾ ਦੇ ਵਿੱਚ ਆਮ ਤੌਰ ਤੇ ਸਪੈਸ਼ਲੀ ontario ਤੋਂ ਜਾਂ BC ਤੋਂ ਬੱਚੇ ਸੋਚਦੇ ਨੇ ਕਿ ਮੈਨੀਟੋਬਾ 'ਚ ਜੌਬ ਓਪਰਚੁਨਿਟੀਜ਼ ਘੱਟ ਨੇ। ਨੋ, ਜੌਬ ਓਪਰਚੁਨਿਟੀਜ਼ ਕਾਫੀ ਨੇ, ਬਟ ਜੇ ਤੁਸੀਂ ਕੱਲੇ ਵਿਨੀਪੈਗ ਨੂੰ ਇਗਨੋਰ ਕਰ ਦਿਓ, ਵਿਨੀਪੈਗ ਦੇ ਆਊਟਸਕਰਟ ਵੱਲ ਦੇਖੋ ਤਾਂ ਦੇਰ ਇਜ਼ ਕਾਫੀ ਲੇਬਰ ਦੀ ਸ਼ਾਰਟੇਜ ਹੈਗੀ ਹੈ, ਸਪੈਸ਼ਲੀ ਜਦੋਂ ਇਮੀਗ੍ਰੈਂਟਸ ਨਹੀਂ ਆ ਰਹੇ ਬਿਕਾਜ਼ ਆਫ COVID-19। ਬਾਕੀ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਲਓ, ਅਸੀਂ ਤੁਹਾਨੂੰ ਹਰੇਕ ਤਰ੍ਹਾਂ ਦੀ ਜਿਹੜੀ ਪ੍ਰੋਪਰ ਗਾਈਡੈਂਸ ਆ ਉਹ ਪ੍ਰੋਵਾਈਡ ਕਰ ਦਾਂਗੇ ਤਾਂ ਕਿ ਜਿਹੜਾ ਤੁਹਾਡਾ ਇੱਕ ਸੁਪਨਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਲੈਣ ਦਾ, ਅਸੀਂ ਉਹਦੇ ਵਿੱਚ ਤੁਹਾਡੀ ਹੈਲਪ ਕਰ ਸਕੀਏ। ਬਿਲਕੁਲ ਜੀ ਸਰ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਤੇ ਇਸ ਵਕਤ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਤੁਹਾਡੇ ਨਾਲ ਕਿਵੇਂ ਕੰਟੈਕਟ ਕਰ ਸਕਦੇ ਨੇ, ਕਿੱਥੇ-ਕਿੱਥੇ ਤੁਹਾਡੇ ਆਫਿਸਿਸ ਹੈਗੇ ਨੇ? ਤਰਨ ਜੀ, ਸਾਡਾ ਟੋਰਾਂਟੋ ਦੇ ਵਿੱਚ ਆਫਿਸ ਹੈਗਾ ਜੀ, ਗ੍ਰੇਟ ਪੰਜਾਬ ਸੈਂਟਰ ਦੇ ਵਿੱਚ, ਯੂਨਿਟ 149 2960 ਡਰੂ ਰੋਡ। ਗ੍ਰੇਟ ਪੰਜਾਬ ਸੈਂਟਰ ਮਾਲਟਨ ਵਾਲੇ ਗੁਰੂ ਘਰ ਦੇ ਬਿਲਕੁਲ ਨਾਲ ਆ। ਉੱਥੇ ਸਾਡੇ ਮੈਡਮ ਹੁੰਦੇ ਨੇ, ਮੈਨੇਜਰ ਨੇ, ਬਾਕੀ ਹੋਰ ਸਾਡਾ ਸਟਾਫ ਹੈਗਾ। ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਓ ਤੇ ਇਨਫੈਕਟ ਮੈਂ ਵੀ ਵਿਜ਼ਿਟ ਕਰਦਾ ਰਹਿਣਾ। ਜੇ ਤੁਸੀਂ ਉੱਥੇ ਆਫਿਸ ਦੇ ਵਿੱਚ ਜਾਂਦੇ ਹੋ, ਤੁਸੀਂ ਮੈਨੂੰ ਜ਼ੂਮ ਮੀਟਿੰਗ ਦੇ ਰਾਹੀਂ ਮੈਨੂੰ ਮਿਲ ਸਕਦੇ ਹੋ। ਤੇ ਇਨਫੈਕਟ ਸਾਡਾ ਜਿਹੜਾ ਵਿਨੀਪੈਗ ਹੈਡ ਆਫਿਸ ਹੈਗਾ 678 ਫਲੋਸ ਤੇ ਆ, ਤੇ ਇੱਥੋਂ ਦਾ ਸਾਡਾ ਫੋਨ ਨੰਬਰ ਹੈਗਾ 204 295 4449 204 295 449। ਇਸ ਤੋਂ ਬਿਨਾਂ ਸਾਨੂੰ ਈਮੇਲ ਰਾਹੀਂ, WhatsApp ਤੇ ਜਾਂ ਤੁਸੀਂ Facebook ਤੇ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਵਿਦਿਨ 24 ਆਵਰਸ ਤੁਹਾਨੂੰ ਰਿਪਲਾਈ ਦੇ ਦੇਣਗੇ। ਬਿਲਕੁਲ ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਭਰੋਸੇਮੰਦ ਕੰਸਲਟੈਂਟਸ ਨੂੰ ਅਸੀਂ ਜੋੜੀਏ। ਸੋ ਜੇਕਰ ਤੁਸੀਂ ਇਸ ਵਕਤ ਵਰਲਡ ਗੇਟਵੇ ਇਮੀਗ੍ਰੇਸ਼ਨ ਤੋਂ ਕਿਸੇ ਵੀ ਪ੍ਰਕਾਰ ਦੀ ਇਮੀਗ੍ਰੇਸ਼ਨ ਸੰਬੰਧੀ ਅਪਡੇਸ਼ਨ ਚਾਹੁੰਦੇ ਹੋ, ਨੰਬਰਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ ਤੇ ਇਹ ਵੱਖ-ਵੱਖ ਤਰ੍ਹਾਂ ਦੇ ਅਵਾਰਡਸ ਨਾਲ ਨਵਾਜ਼ੇ ਜਾ ਚੁੱਕੇ ਨੇ 2020 ਦੇ ਵਿੱਚ, ਜਿਹਦੇ ਵਿੱਚ ਕੰਜ਼ਿਊਮਰ ਚੋਇਸ ਅਵਾਰਡ, ਟੌਪ ਚੋਇਸ ਅਵਾਰਡ ਤੇ ਟੌਪ ਚੋਇਸ ਅਵਾਰਡ ਦੇ ਲਈ ਇੱਕ ਵਾਰ ਫਿਰ ਤੋਂ ਨੋਮੀਨੇਟ ਹੋਏ ਨੇ। ਸੋ ਜੇਕਰ ਤੁਸੀਂ ਕੁਝ ਵੀ ਇਹਨਾਂ ਨੂੰ ਪੁੱਛਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨੰਬਰਸ ਦੇ ਉੱਤੇ ਕਾਲ ਕਰਕੇ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਜ਼ੋਰਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ, ਤੁਸੀਂ ਸਟੂਡੀਓ ਵਿੱਚ ਸਾਡੇ ਨਾਲ ਜੁੜੇ ਹੋ ਤੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਜੀ, ਸਾਰੇ ਸਰੋਤਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿਣਾ ਤੇ ਥੈਂਕ ਯੂ ਕਰਨ ਜੀ, ਤੁਸੀਂ ਟਾਈਮ ਕੱਢਿਆ ਤੇ ਪਲੱਸ ਆਪਾਂ ਜਿਹੜੀ ਜਾਣਕਾਰੀ ਸਰੋਤਿਆਂ ਨੂੰ ਦੇ ਸਕੇ। ਜੀ ਬਹੁਤ-ਬਹੁਤ ਸ਼ੁਕਰੀਆ। ਤੇ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਫਿਲਹਾਲ ਇਮੀਗ੍ਰੇਸ਼ਨ ਮੈਟਰਸ। ਇਸ ਤੋਂ ਬਾਅਦ ਦਿਓ ਇਜਾਜ਼ਤ, ਮਰਗਿੰਦ ਨਾਥ ਜੀ ਹਾਜ਼ਰ ਹੋਣਗੇ ਲੈ ਕੇ ਪ੍ਰੋਗਰਾਮ ਹਮਦਰਦ ਟਾਊਨ ਹਾਲ ਤੇ 6 ਵਜੇ ਦੇਖਣਾ ਨਾ ਭੁੱਲਿਓ ਪ੍ਰੋਗਰਾਮ ਨਿਊਜ਼ ਐਂਡ ਵਿਊਜ਼। ਫਿਲਹਾਲ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।